ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਆਰ ਤੀਰ ਸੈਫ ਸਰੋਹੀ ਸਹਥੀ ਯਹ ਹਮਾਰੇ ਪੀਰ ਤੀਰ ਤੁਹੀ ਸਹਥੀ ਤੁਹੀ ਤੁਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਆਰ ਤੀਰ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗ ਬੀਰ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਕਰੰ ਲੈ ਕਮਾਣੰ ਹਣੰ ਬਾਣ ਤਾਣੰ ਮੁਖ ਉਚਰੈ ਸ਼ਾਸਤਰ ਖਟ ਪਿੰਗ ਗਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਅਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਦ ਦਰਿਆਓ ਜਨਮ ਹਮ ਕਾਲਖ ਤੋਵੈ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਨਾਮ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਸਿਰ ਖੁਹਾਏ ਪਿਐ ਮਲਵਾਣੇ, ਝੂਠਾ ਮੰਗ ਮੰਗ ਖਾਹੇ। ਫੋਲ ਫਦੀਹਤ ਮੋਹ ਲੈਨ ਪੜਾਸਾ, ਪਾਣੀ ਦੇਖ ਸੰਗਾਹੇ। ਸਿਰ ਖੁਹਾਏ ਪਿਐ ਮਲਵਾਣੇ, ਝੂਠਾ ਮੰਗ ਮੰਗ ਖਾਹੇ।
ਫੋਲ ਫਦੀਹਤ ਮੋਹ ਲੈਨ ਪੜਾਸਾ ਪਾਣੀ ਦੇਖ ਸੰਗਾਹੇ ਭੇਡਾਂ ਵਾਂਗੇ ਸਿਰ ਖੁਹਾਇਨ ਭਰਿਆਨ ਹੱਥ ਸੁਆਹੇ ਮਾਓ ਪਿਓ ਕਿਰਤ ਗਵਾਇਨ ਟਬਰ ਰੋਵਨ ਤਾਹੇ ਓ ਨਾ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੁਏ ਕਿਥਾਉ ਪਾਹੇ 68 ਤੀਰਥ ਦਿਨ ਨਾ ਟੋਏ ਬ੍ਰਹਮਣ ਅੰਨ ਨਾ ਖਾਹੇ ਸਦਾ ਕੁਚੇਲ ਰਹੇ ਦਿਨ ਰਾਤੇ ਮੱਥਾ ਟਿਕੇ ਨਾਹੇ 68 ਤੀਰਥ ਦਿਨ ਨਾ ਟੋਏ ਬ੍ਰਹਮਣ ਅੰਨ ਨਾ ਖਾਹੇ ਸਦਾ ਕੁਚੇਲ ਰਹੇ ਦਿਨ ਰਾਤੇ ਮੱਥਾ ਟਿਕੇ ਨਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਕਿਰਪਾ ਦੇ ਸਾਗਰ ਦੀਨਾ ਬੰਧੂ ਜਾਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਸਤ ਸੰਗਤ ਦੇ ਵਿੱਚ ਆਪ ਜੀ ਆਪਣੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ। ਚੌਜੀ ਪਾਤਸ਼ਾਹ ਜੀ ਦੇ ਮਹਾਨ ਤਖਤ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਦਰਸ਼ਨ ਦਿਦਾਰਿਆਂ ਦਾ ਇਸ ਭਾਗ ਸਮਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੇ ਹਜ਼ੂਰ ਤੁਰਕੀ ਬਾਣੀ ਦੀ ਕਥਾ ਦਾ ਸਮਾਂ ਹੈ। ਸਾਧ ਸੰਗਤ ਜੀ ਸ਼ਹੀਦਾਂ ਦੇ ਪਵਿੱਤਰ ਦਿਹਾੜੇ ਚੱਲ ਰਹੇ ਨੇ। ਘੱਲੂਘਾਰੇ ਨੂੰ ਸਮਰਪਿਤ ਇਹ 6 ਦਿਨ ਗੁਰੂ ਘਰਾਂ ਦੇ ਅੰਦਰ ਦੀਵਾਨ ਸਜਦੇ ਹੈ। ਕੱਲ੍ਹ ਨੂੰ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਹਾਂ। ਸਤਿਗੁਰਾਂ ਜੀ ਦੀ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪੈਂਦੇ ਹੈ। ਤਖਤ ਸਾਹਿਬ ਜੀ ਤੇ ਵੀ ਭੋਗ ਪਾਏ ਜਾਣਗੇ। ਜਿੱਥੇ ਸ਼ਹੀਦਾਂ ਦਾ ਵਿਸ਼ੇਸ਼ ਇਹ ਘੱਲੂਘਾਰੇ ਦਾ ਦਿਹਾੜਾ ਹੋਣ ਕਰਕੇ ਆਪਾਂ ਪਿਛਲੇ 3 ਦਿਨਾਂ ਤੋਂ ਇਹ ਪ੍ਰਸੰਗ ਆਰੰਭਿਆ ਹੈ। ਸਾਧ ਸੰਗਤ ਜੀ ਅੱਜ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਅਤੇ ਰੀਠਾ ਸਾਹਿਬ ਜੀ ਦਾ ਜੋੜ ਮੇਲਾ ਵੀ ਅੱਜ ਦੇ ਦਿਨ, ਜਿੱਥੇ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੌੜੇ ਰੀਠੇ ਸਤਿਗੁਰਾਂ ਜੀ ਨੇ ਮਿੱਠੇ ਕਰ ਦਿੱਤੇ ਸੀਗੇ। ਮਹਾਰਾਜ ਜੀ ਦਾ ਉਹ ਪਾਵਨ ਅਸਥਾਨ, ਉੱਥੇ ਅੱਜ ਦੇ ਦਿਨ ਜੋੜ ਮੇਲਾ ਹੁੰਦਾ ਹੈ। ਮਹਾਰਾਜ ਜੀ ਜਦੋਂ ਉੱਥੇ ਗਏ ਹੈ, ਉਹ ਯਾਦ ਵਿੱਚ ਉੱਥੇ ਜੋੜ ਮੇਲਾ ਕੀਤਾ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਪ੍ਰਚੰਡ ਗਿਆਨ ਨਾਲ ਤੇ ਦਿਵਯ ਪ੍ਰਤਾਪ ਨਾਲ ਪਖੰਡਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਸਮੇਂ ਦੇ ਬੜੇ ਜਿਹੜੇ ਉੱਚ ਜਾਤੀ ਦੇ ਆਪਣੇ ਆਪ ਨੂੰ ਸਮਝਦੇ ਵਿਦਵਾਨ ਬ੍ਰਾਹਮਣ ਸਭ ਨੂੰ ਭਗਤ ਕਬੀਰ ਸਾਹਿਬ ਜੀ ਨੇ ਸੱਚ ਦਾ ਮਾਰਗ ਦਰਸਾਇਆ। ਇਹੋ ਜੀ ਆਪ ਨੇ ਪ੍ਰੇਮਾ ਭਗਤੀ ਕੀਤੀ ਕਿ ਇਉਂ ਸਾਖੀ ਪ੍ਰਮਾਣ ਵਿੱਚ ਜ਼ਿਕਰ ਆਉਂਦਾ ਹੈ ਕਿ 9 ਕਰੋੜ ਗਿਣਤੀ ਦੇ ਲੋਕ ਭਗਤ ਕਬੀਰ ਸਾਹਿਬ ਤੋਂ ਸਦਗਤੀ ਨੂੰ ਪ੍ਰਾਪਤ ਹੋਏ। ਇਸੇ ਕਰਕੇ ਕਿਹਾ ਨਾ
कि भगत कबीर साहब जी ने बचन कि देही किसकी वापरी पवित्र होए गो ग्राम। कहते भाई उहदी विचारी देह की है, जिथे हरी दा दास पैदा होवे उहदी देह तां की है, उते नगर ही पवित्र कर दिंदा जिथे वाहिगुरू दा प्यार वाला होवे। भगत कबीर साहब जी दे जन्म दिहाड़े की आप संगतां नूं वधाई होवे। सच्चे पातशाह जी महाराज जी ने भगत जी नूं श्रोमणी भगत का दर्जा सतगुरु जी गुरु अर्जन साहब जी महाराज बख्शिश कीता। जिथे भगत बाणी महाराज जी ने दर्ज की तो सब तो पहला भगत कबीर साहब जी की बाणी महाराज दर्ज की है। रागां दे विच क्रमवार जदों भगत बाणी आरंभ हुंदी है तो सब तो पहलों भगत कबीर साहब जी की बाणी ही भगतां दे विचों आरंभ हुंदी है। सतगुरु गरीब निवास सच्चे पातशाह जी महाराज जी ने जिन्हां नूं मौके दे जिहड़े अपने आप नूं धर्म दे आगू मनदे सी, उन्होंने कहा सी कबीरा तू जुलाहा मुक्त नहीं होण लगा। ये सतगुरां जी ने दसिया कि भाई मुक्ति तां नाम करके है। महाराज जी ने वो जिहड़े अपने आप नूं धर्म दा दावा करदे सी उन्हां नूं कोई थां नहीं, भगत कबीर साहब जी नूं महाराज जी ने अपने हृदय च थां दिती है। क्योंकि श्री गुरु ग्रंथ साहब जी महाराज गुरु साहब जी का हृदय हन सच्चे पातशाह। ये सतगुरु जी ने गरीब नवाज ने दर्शाया कि नाम तो बिना कल्याण नहीं, साडे घर तां नानक का घर केवल नाम, नाम दी महिमा है। तो साध संगत जी शहीदां दा आपां इतिहास आरंभिया जून 1984 5 जून जिहड़ी ये दरम्यानी रात लंघी है ना, एक भी मिनट सकिंट गोलाबारी बंद नहीं हुई। बहुत ज़्यादा गड़गड़ाहट पैंदी सी, गोलियां गोले जिस घर दे विचों सदा शांति दियां धुनां उठदियां, कीर्तन दियां आवाज़ां सुनाई दिंदियां, उथे जालम हुकूमत ने ताबड़ तोड़ हरेक तरह का जिहड़ा सी वो मनीशन वरतिया गया ते अपनी पूरी ताकत झोंक दी गई। जिहड़े भरोसेयोग सूत्रां ने लिखिया है, कहंदे ने वो सारे हथियार वरते गए जिहड़ा एक देश दूसरे देश नाल जंग जितण लई वरतदा है। ये फौजी जिहड़े दस्तावेज ने जिहड़े साध संगत जी फिर लीक होए है ते उन्हां दे ये कहे हुए बयान ने कि वो सारे हथियार वरते गए जिहड़ा एक देश दूसरे देश नूं जितण लई हराउण लई वरतदा है। तो ये कलंक है इस हुकूमत दे मथे दे उत्ते कि अपने ही देश दे उन्हां वासी सिखां उत्ते जिन्हां ने इस देश की आज़ादी लई खून डोलिया होवे, इस देश नूं आज़ादी दा निग दवाया होवे। नहीं तां इत्थे जे सतगुरु जी अपनी कुर्बानी ना करदे तां शिव दवाले ना सी रहने, ना कोई मंदिर रहना सी। साध संगत जी ये सारे गुरुदेव दे सिखां दियां कुर्बानियां दे परोपकारां नूं भुला करके इहो जिहा दरिंदगी वाला एक कारनामा किया गया, जिहदी बाबत मैं पिछे भी जिक्र किया कि जरनल S.K. सिन्हा ने अपनी लेख विच बहुत सारे जिहड़े आ वो साध संगत जी हवाले दिते है। ये भी हवाला दिता है कि जदों हुकूमत दरबार साहब दे उत्ते हमला बनाउण दा मन बना चुकी सी, उदों तां संत जरनैल सिंह जी अंदर भी नहीं सन। ते फिर ये हरेक मनुख दा फर्ज बनदा है कि जे उहदे घर दे उत्ते हमला होण लगा है तो वह हमले का जवाब देवे, उहदा इखलाकी फर्ज भी बन जाता।
जे तुहाडे घर ते आके कोई हमला बोले तुसी की करोगे? जवाब तां दिओगे ही ना। ते हमला भी उत्थे हो रहा है, ये उस जरनल दे कहे हुए बोल ने कि हमला भी हुकूमत उत्थे कर रही है जो सिखां दा मुकद्दस स्थान है। तो फिर सिखां दा धर्मी तौर पर भी यह फर्ज बन जाता है कि उस सरकार दा मूँह तोड़वा जवाब देन। ते यही संत बाबा जरनैल सिंह जी खालसा पिंडरां वालियां ने कीता। इस करके उन्होंने दोष देना योग नहीं, ये उन्होंने आपदी लेख विच लिखिया है। ते नाल कहा कि मैनू भी इस साजिश का हिस्सा बनाया जा रहा सी जो मैं नहीं बनिया, ते मैनू उसका खमियाजा भुगतना पिया। ये भी लेख विच उन्होंने शब्द लिखे है। फिर साध संगत जी, ये भी दोष जिहड़ा है हिंदुस्तान का मीडिया लाउंदा है कि संतां दे नाल गलबात दे राह सारे मुक गए सी। मजबूरन सरकार नूं हमला जिहड़ा सी हरमंदर साहिब दे उपर करना पिया, जो सरासर झूठ बोल रहा मीडिया, जिस दे मैं हवाले दे सकदा। मैं जिन्हां दे नाम लैके हवाले दिते आ पहला भी साध संगत जी, उन्होंने भावें सरकार दे घूरी बट्टण तो फिर सरकार दी पिठ पूरी है, पर भावें कि वो सिखां दे अंदरों वल हन जां नहीं, मेरा यह मंतव नहीं, पर जिहड़ा वो दुनिया दे सामने बोल कह रहे है उसनूं वजन विच जरा तोलो कि वो की कह रहे है। ये स्वामी सुब्रमण्यम दी कही हुई गल है। इंटरव्यू दे अंदर जदों स्वामी ने कहा कि तुसी गलबात क्यों नहीं करदे, यही गल संतां ने कही कि वो महापुरख उन्होंने बीबी कह के संबोधन करते सी। ते कहंदे मैनू संतां ने कहा कि बीबी मैनू मिलना क्यों नहीं चाहती। वो कहने लगे कि मैं जरूर गल करांगा, मैं पुछांगा। कहने लगे फिर मैं पुछया प्रधानमंत्री नूं, ते अगों मैनू प्रधानमंत्री ने कहा कि मैं उन्होंने किवें मिला। उन्होंने वो तां बड़े बड़े शस्त्र पहन के रखते हैं, गातरे रिवाल्वर पाया हुंदा, पिस्टल पाया हुंदा, मैं मिल नहीं सकती जिन्ना चिर वो हथियार नहीं ला के मैनू आ करके मिल दे। ते कहंदे मैं आ करके संतां नूं कहा कि संत जी वो बीबी जी आपको इसलिए नहीं मिलना चाहती कि आप वो जे पिस्टल पहनते हो। ते कहंदे संत मैनू हस के अगों कहंदे क्या बात करते हो, भी तू की गल करदा है। यासर अराफात ने गातरे की पाया हुंदा है, उन्होंने तो जफ्फी पा के मिलदी है। ओदा पिस्टल पिस्टल नहीं ते साडा पिस्टल पिस्टल जापदा है। ते ये उस दी कही हुई गल है कि इस गल बात दे मुद्दे ते भी सरकार भज्जी है, संत नहीं सी पिछे। वो गलबात करना चाहते सी पर सरकार गलबात करना चाहती नहीं सी। उन्हां तां मन बना लिया सी कि सिखां दी नस्लकुशी करनी है, सिखां नूं निस तो नबूद करना है। ये दस्तार ते ये दाड़ा हिंदुस्तान विच रहन नहीं देना सलामत, ये इरादा बना चुके सी। वो हवाले दसदे आ, जे केवल सिंघां दे उत्ते अटैक करना सी जां संतां उपर अटैक करना सी, फिर 3 जून नूं करफ्यू खोल के आम सिखां दा कतलेआम क्यों किया गया? क्यों करफ्यू खोलिया गया? इस सरकार दी नीयत सी कि जिन्ने सिख अंदर आउण उन्हां दी कतलो गारत की जावे ते इन्हां दा सदियां तक दिल सहम जावे। पर अफसोस कि उन्हां साडा इतिहास नहीं सी पढ़िया। जे थोड़ा किसी कोलों सुन लेंदे पढ़ लेंदे ते उन्हां नूं पता चल जांदा हुकूमत नूं कि इन्हां नूं जिन्ना जिन्ना वड्डिया, जिन्ना जिन्ना मारिया, जिन्ना जिन्ना इन्हां दा खून डुलिया, ओना ओना होर प्रफुल्लत होए। ये मीर मन्नू दे समय कहे हुए अखाण जिक्र पईयां जिक्र ने कि मन्नू साडी दातरी, असीं मन्नू दे सोए, ज्यों ज्यों मन्नू वड्डदा असीं दूण सवाए होए। जदों साडे सिरां दे मुੱਲ पैंदे सी उदों दियां कहे हुए बचन ने साध संगत जी। तो ये हवाले आपने सारे सुने। जिस वक्त 4 जून का हमला होया ते उस हमले का जो महापुरखा ने बचन कहे सी सिंघां नूं कि
ਇੱਕ ਵੀ ਗੋਲੀ ਅਜਾਈ ਨਹੀਂ ਜਾਣੀ ਚਾਹੀਦੀ। ਭਾਵੇਂ ਕਿ ਉਹ ਦਰਬਾਰ ਸਾਹਿਬ ਦੇ ਅੰਦਰ ਆ ਕੇ ਅਟੈਕ ਕਰ ਰਹੇ ਹੈ, ਹਮਲਾ ਕਰ ਰਹੇ ਹੈ, ਪਰ ਫਿਰ ਵੀ ਪਹਿਲਾ ਮੌਕਾ ਫੌਜ ਨੂੰ ਦੇਣਾ। ਜਦੋਂ ਫੌਜ ਵੱਲੋਂ ਫਾਇਰਿੰਗ ਖੁੱਲੇ ਉਸੇ ਵੇਲੇ ਫਿਰ ਮੂੰਹ ਤੋੜਵਾਂ ਜਵਾਬ ਦੇਣਾ, ਜੋ ਖਾਲਸੇ ਦੀ ਰਵਾਇਤ ਹੈ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਨੂੰ ਆਗਿਆ ਕੀਤੀ ਹੈ। ਸਤਿਗੁਰੂ ਜੀ ਨੇ ਤਾਂ ਕਦੀ ਚੜ੍ਹਾਈ ਨਹੀਂ ਨਾ ਕਿਸੇ ਤੇ ਕੀਤੀ। ਭੀਮ ਚੰਦ ਨੇ ਚਿੱਠੀ ਲਿਖੀ ਸੀ, ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ, ਨਹੀਂ ਤੇ ਚੜ੍ਹ ਕੇ ਆ ਰਿਹਾ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਪੱਤਰ ਪੜ੍ਹਿਆ ਗਿਆ ਸੀ, ਬਲੀ ਬਹਾਦਰ ਸਤਿਗੁਰੂ ਜੀ ਦੇ ਡੌਲੇ ਫੜ ਕੇ ਜੋਸ਼ ਨਾਲ, ਤੇ ਮਹਾਰਾਜ ਜੀ ਨੇ ਕਿਹਾ ਪੱਤਰ ਲਿਖੋ। ਪੱਤਰ ਦੇ ਅੰਦਰ ਹਜੂਰ ਦੇ ਆਪਣੇ ਮੁਖ ਦੇ ਬੋਲ ਸਨ ਕਿ ਭੀਮ ਚੰਦ, ਜੇ ਤੂੰ ਆਪਣੀ ਮਾਤਾ ਦੀ ਕੁੱਖ ਤੋਂ ਜਨਮ ਲਿਆ ਤੇ ਰਾਤ ਨਾ ਫਿਰ ਹੁਣ ਅਟਕੀ, ਚੜ੍ਹ ਕੇ ਆ ਆਨੰਦਪੁਰ ਸਾਹਿਬ ਤੇ, ਫਿਰ ਦੱਸਾਂਗੇ ਅਸੀਂ ਤੇਰੀ ਆਓ ਭਗਤ ਕਿਵੇਂ ਕਰਦੇ ਆਂ। ਸਾਡੇ ਖੱਪਰੇ ਤੀਰ ਤਾਂ ਘਿਓ ਦੀ ਮਠਿਆਈ ਤਰ੍ਹਾਂ ਵਰਤਾ ਦਿਆਂਗੇ। ਇਹ ਗੁਰੂ ਘਰ ਦੀਆਂ ਰਵਾਇਤਾਂ ਨੇ। ਗੋਲੀਆਂ ਸ਼ੱਕਰ ਪਾਰਿਆਂ ਦੀ ਤਰ੍ਹਾਂ ਵਰਤਾਵਾਂਗੇ, ਸੂਰਮਿਆਂ ਦੀਆਂ ਢਾਲਾਂ ਥਾਲਾਂ ਦੀ ਤਰ੍ਹਾਂ ਤੁਹਾਡੇ ਅੱਗੇ ਪਰੋਸ ਦਿਆਂਗੇ। ਇਹ ਸਤਿਗੁਰਾਂ ਜੀ ਦੇ ਬੋਲ ਸਨ, ਇਤਿਹਾਸ ਵਿੱਚ ਅੰਕਿਤ ਨੇ, ਤੇ ਮਹਾਂਪੁਰਖਾਂ ਨੇ ਉਹਨਾਂ ਸਤਿਗੁਰਾਂ ਜੀ ਦੇ ਕਹੇ ਹੋਏ ਬਚਨਾਂ ਤੇ ਪੂਰਨਿਆਂ ਪਾਉਂਦਿਆਂ ਹੋਇਆਂ ਸਾਧ ਸੰਗਤ ਜੀ ਇਸ ਮਹਾਯੁੱਧ ਦੇ ਮਹਾਨਾਇਕ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦੀ ਅਗਵਾਈ ਥੱਲੇ ਜਰਨੈਲਾਂ ਨੇ ਲੜਦਿਆਂ ਹੋਇਆਂ ਇਸ ਯੁੱਧ ਦੇ ਅੰਦਰ ਉਹ ਪੂਰਨੇ ਪਾਏ, ਜਦੋਂ ਕਿ ਫੌਜ ਦੇ ਜਰਨੈਲਾਂ ਨੂੰ ਵੀ ਕਹਿਣਾ ਪਿਆ ਕਿ ਜੇ ਇਹੋ ਜਿਹੇ 100 ਜਵਾਨ ਹੀ ਸਾਡੇ ਕੋਲ ਹੋਣ ਤੇ ਭਾਰਤ ਦੀ ਆਰਮੀ ਦਾ ਕੋਈ ਦੇਸ਼ ਦੀ ਆਰਮੀ ਮੁਕਾਬਲਾ ਨਹੀਂ ਕਰ ਸਕਦੀ। ਇਹੋ ਜਿਹੀ ਵੀਰਤਾ ਨਾਲ ਲੜੇ। ਚਮਕੌਰ ਸਾਹਿਬ ਦੀ ਕੱਚੀ ਗੜੀ ਬਾਰੇ ਮਹਾਂਪੁਰਖਾਂ ਦੇ ਆਪਣੇ ਕਹੇ ਹੋਏ ਬੋਲ ਤੇ ਸਟੇਜ ਦੇ ਉੱਤੇ ਮਹਾਂਪੁਰਖਾਂ ਇਹ ਸ਼ਬਦ ਕਹੇ ਸੀ ਕਿ ਗੁਰੂ ਪਿਤਾ ਜੀ ਨੂੰ 10 ਲੱਖ ਦਾ ਘੇਰਾ ਪਿਆ ਸੀ ਤੇ ਨਿਮਰਤਾ ਨਾਲ ਕਿਹਾ ਕਿ ਮੇਰੇ ਵਿੱਚ ਓਨੀ ਸ਼ਕਤੀ ਨਹੀਂ, ਕਿਉਂ ਤੇ ਉਹ ਅਕਾਲ ਪੁਰਖ ਦਾ ਸਰੂਪ ਨੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਰਬ ਕਲਾ ਸਮਰੱਥ ਨੇ, ਪਰ ਮੈਂ ਉਸੇ ਪਿਤਾ ਦਾ ਪੁੱਤਰ ਵਾਂ, ਚੜ ਕੇ ਆਏ ਤੇ ਲੋਹੇ ਦੇ ਚਣੇ ਜ਼ਰੂਰ ਚਬਾ ਦਿਆਂਗਾ। ਇਹ ਮਹਾਂਪੁਰਖਾਂ ਨੇ ਬਚਨ ਕਹੇ ਸੀ। ਉਸ ਸਮੇਂ ਜਦੋਂ ਉਹਨਾਂ ਨੇ ਸਿੰਘਾਂ ਨੂੰ ਸੰਬੋਧਨ ਕੀਤਾ ਸੀ, ਇਹ ਉਹਨਾਂ ਦੇ ਜਿਨ੍ਹਾਂ ਨੇ ਬਚਨ ਕੰਨਾਂ ਨਾਲ ਸੁਣੇ ਸਾਧ ਸੰਗਤ ਜੀ, ਉਹ ਚਸ਼ਮਜੀਤ ਗਵਾਹਾਂ ਦੇ ਬੋਲਾਂ ਤੇ ਮੈਂ ਬਚਨ ਕਹਿ ਰਿਹਾ। ਮੈਂ ਕਿਸੇ ਦੀ ਲਿਖਤ ਨਹੀਂ ਕੇਵਲ ਪੜ੍ਹ ਕੇ ਬੋਲ ਰਿਹਾ। ਫਿਰ ਮਹਾਂਪੁਰਖਾਂ ਨੇ ਆਖਿਆ ਕਿ ਜਦੋਂ ਫੌਜ ਬਿਲਕੁਲ ਨਜ਼ਦੀਕ ਆ ਜਾਵੇ ਫਿਰ ਖਾਲਸਾ ਜੀ ਲੱਡੂ ਵਰਤਾ ਦਿਓ। ਇਹ ਆਪਣੇ ਬੋਲੇ ਵਿੱਚ ਕਿਹਾ ਸੀ, ਲੱਡੂ ਗਰਨੇਡਾ ਨੂੰ ਕਹਿੰਦੇ ਸਾਧ ਸੰਗਤ ਜੀ। ਫਿਰ ਮਹਾਂਪੁਰਖਾਂ ਨੇ ਇਹ ਬਚਨ ਕਹੇ ਸੀ ਕਿ ਉਦੋਂ ਲੱਡੂ ਵਰਤਾ ਦਿਓ ਫਿਰ ਖਾਲਸਾ ਜੀ। ਇਹ ਸਾਧ ਸੰਗਤ ਜੀ ਜਿਸ ਵਕਤ ਇੱਕ ਤੋਂ ਇੱਕ ਕੋਸ਼ਿਸ਼ ਕੀਤੀ ਗਈ, ਇਹ ਫੌਜੀ ਅਫਸਰਾਂ ਦੇ ਆਪਣੇ ਵੀ ਬੋਲ ਨੇ ਕਿ ਹਰੇਕ ਕੀਤੀ ਹੋਈ ਕੋਸ਼ਿਸ਼ ਨਾਕਾਮ ਰਹੀ। ਜਿਹੜੀ ਪਲਟਨ ਨੂੰ ਪਹਿਲਾਂ ਕੋਈ ਮੇਜਰ ਅਗਵਾਈ ਦੇ ਰਿਹਾ ਸੀਗਾ, ਉਹਦੇ ਨੈਟ ਤੇ ਪਏ ਹੋਏ ਬੋਲ ਨੇ, ਕਹਿਣ ਲੱਗਾ ਜਿਹੋ ਜੀ ਟ੍ਰੇਨਿੰਗ ਨਾਲ ਅੱਗੋਂ ਗੋਲੀ ਦਾ ਜਵਾਬ ਆਇਆ ਨਾ, ਇਹੋ ਜੀ ਟ੍ਰੇਨਿੰਗ ਕਹਿੰਦੇ ਫੌਜ ਨੂੰ ਵੀ ਨਹੀਂ। ਜਿਹੋ ਜੀ ਟ੍ਰੇਨਿੰਗ ਦੇ ਹਿਸਾਬ ਨਾਲ ਅੱਗੋਂ ਗੋਲੀ ਦਾ ਜਵਾਬ ਆਇਆ, ਕਹਿੰਦੇ ਕਿ ਲੰਮੇ ਪੈ ਕੇ ਵੀ ਫੌਜੀ ਕਿਵੇਂ ਅੱਗੇ ਵੱਧਦੇ ਜਦੋਂ ਕਿ ਧਰਤੀ ਹੀ ਗੋਲੀ ਉਗਲ ਰਹੀ ਸੀ। ਗੋਲੀ ਇਸ ਤਰੀਕੇ ਨਾਲ ਆ ਰਹੀ ਸੀ ਕਿ ਉੱਤੋਂ ਨਹੀਂ ਸੀ ਗੋਲੀ ਆਉਂਦੀ, ਫਰਸ਼ ਦੇ ਪੈਰਲਲ ਹੀ ਗੋਲੀ ਆ ਰਹੀ ਸੀ। ਉਹ ਕੋਈ ਵੀ ਅੱਗੇ ਨਹੀਂ ਪਲਟਣ ਦਾ ਇੱਕ ਵੀ ਸਿਪਾਹੀ ਵੱਧ ਸਕਿਆ। ਤੇ ਇੱਥੋਂ ਤੱਕ ਜ਼ਿਕਰ ਹੈ ਕਿ ਜਦੋਂ ਇਹ ਸਲਾਹਾਂ ਕਰਦੇ ਸਨ ਤੇ ਉਹਨਾਂ ਸਲਾਹਾਂ ਦੇ ਅੰਦਰ ਭਾਵੇਂ ਕਿ ਉਸ ਲਿਖਤ ਵਿੱਚ ਇਹ ਜ਼ਿਕਰ ਹੈ ਜਿਹੜਾ ਮੈਂ ਪੰਧੇਰ DIG ਦਾ ਜ਼ਿਕਰ ਕੀਤਾ ਸੀ ਕਿ ਉਸ ਨੇ ਜਦੋਂ ਕਿਹਾ ਕਿ ਉਹ ਸਿੱਖ ਨੇ ਹਥਿਆਰ ਨਹੀਂ ਸੁੱਟਣਗੇ, ਉਹ ਕਹਿਣ ਲੱਗਾ ਆਈ ਐਮ ਆਲਸੋ ਜੱਟ ਸਿੱਖ। ਬਰਾੜ ਨੇ ਇਹ ਸ਼ਬਦ ਕਹੇ। ਕਹਿੰਦਾ ਮੈਂ ਜਵਾਬ ਤਾਂ ਨਹੀਂ ਦਿੱਤਾ ਪਰ ਮਨ 'ਚ ਸੋਚਿਆ ਸਿੱਖੀ ਤੇਰੇ ਕੋਲ ਕੀ ਹੈ, ਮੂੰਹ ਤੇ ਕੇਸ ਨਹੀਂ, ਸਿਰ ਤੇ ਕੇਸ ਨਹੀਂ, ਸਫਾ ਚੱਟ ਹੈਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਤੈਨੂੰ ਕੋਈ ਬੋਧ ਨਹੀਂ, ਕੀ ਸਿੱਖ ਹੈ ਤੂੰ? ਸਿੱਖ ਉਦੋਂ ਹੀ ਸਿੱਖੀ ਵਿੱਚ ਪਰਪੱਕ ਹੈ ਜਦੋਂ ਗੁਰੂ ਜੀ ਦੀ ਰਹਿਤ ਮਰਿਆਦਾ ਵਿੱਚ ਪਰਪੱਕ ਹੈ, ਗੁਰੂ ਸਾਹਿਬ ਜੀ ਦੀ ਬਾਣੀ ਨਾਲ ਜੁੜਿਆ ਹੋਇਆ ਹੈ।
जे गुरु साहब की बाणी कोल नहीं, केस कोल नहीं, सिखी स्वरूप कोल नहीं, किवें कह सकदा कि मैं सिख हाँ? ये बोल उसने कहे पर वो जवाब नहीं ना उदों दे सकिया, पर कहंदा मेरे मन का एक ख्याल सी कि तू किधरों सिख है। इत्थे जन्म लैण नाल तां भावें कि ये मूल सिखां दी धरती है पंजाब देश, पर फिर भी इत्थे जन्म लैण नाल गुरु साहब की सिक्खी कमावे ना तो सिख किवें बन जावेगा। उन्हां सलाहां दे विच कहंदे है कि जनरल बराड़ ने यह जरूर शंका ਜ਼ਾਹਰ की कि होर तां कोई नहीं, 2 घंटियां च ऑपरेशन सफल कर लिया जाएगा। कहंदा डर है तो जनरल सुबेग सिंह दे तरफों डर है, क्योंकि जनरल सुबेग सिंह साहब कदे देहरादून अकादमी विच इन्हां दे उस्ताद रहे है, तो उन्होंने पता है कि साडे ये सारे ट्रेनिंग दे अंदर वो माहर है। ते मैं एक एक सूरमे की जे कहानी कहा तो फिर तो मुकेगी नहीं, पर कुछ खास पात्र ने अमर शहीद भाई अमरीक सिंह साहिब जी, फिर बाबा थारा सिंह साहिब जी, बहुत इहो जे सिंह ने। एक बाहर तो कोई सिंह होया शायद सिंगापुर तो, उसने 84 दे शहीदां की जानकारी ਅਤੇ ਉਹਨਾਂ ਦੀਆਂ ਤਸਵੀਰਾਂ, जिस दी नहीं भी तस्वीर मिली ਉੱਥੇ ਉਹਨੇ ब्लैक एंड वाइट ਰੱਖ करके ਉਹਨਾਂ ਦੀ ਸੰਖੇਪ जी जानकारी ਜਿਹੜੀ ਉਹ ਦਿੱਤੀ है। सत संगत जी, सरदार सुबेग सिंह जी ਉਹ सूरबीर योधे है जिन्हां ने हिंदुस्तान ਨੂੰ बहुत सारा मान ਤੇ ਸਤਿਕਾਰ विश्व पद्धर ते दिवाया ਤੇ सर्वश्रेष्ठ मैडਲਾਂ ਨਾਲ सूरबीर जरनल की छाती टकी हुई सी। इहो जे स्वैमान वाले मैडल उन्हां दे कोल सन। बड़े बड़े जंगां युद्धां दे अंदर उन्हां दा वेरवा सारा मैं नहीं दे सकदा, जिथे हिंदुस्तान दा मान नाल उन्हां ने सिर उतां चक्किया सी। एक युद्ध दे अंदर पिता जी चढ़ाई कर जाण दी खबर मिली, पर जेब विच चिट्ठी पा के मैदाने जंग दे अंदर डटे रहे। युद्ध फतेह होने तो बाद जदों पिता दे अफसोस वास्ते नगर विच आए सी, ते माता ने जरा जिन्ना भी गिला नहीं सी कीता कि मरे हुए पिता दा मुंह क्यों नहीं वेखण आया, क्योंकि उन्होंने पता सी माता नूं कि मैं इनू अपनी कुख तो जन्म दिता, इहदा जुस्सा किहो जिहा है, इहदा सुभाअ किहो जिहा है, मेरे पुत्र ने जंग चों पिठ नहीं सी दिखा के आउणा। ते जनरल सुबेग सिंह जी दा पिछोकड़ साध संगत जी भाई सुखा सिंह ते महताब सिंह नाल रलदा है, जिन्हां ने मसे रंगड़ दा सिर वड्ढिया सीगा। ते ऐसे जरनल नूं देश दी प्रधानमंत्री ने किन्ना जलील कीता, वो एक बड़ी दर्दनाक कहानी है। जय प्रकाश नारायण जिहड़ा उहदा राज सी, दुश्मन सी, सूबे दी पुलिस उहनूं गिरफ्तार करन तो इनकार कर चुकी सी, ते फिर जरनल साहब नूं देश की प्रधानमंत्री ने कहा कि इनू फौज नूं गिरफ्तार करना चाहिए, तो उन्होंने कोई माड़ा अगों अखर नहीं कहा, केवल ये कहा कि फौज जिहड़ी है राजसी कम्मां वास्ते नहीं हुंदी, तो ये देश के हित विच है, दसो कि जां देश के नुकसान विच उन्होंने बोल कहे है। जिहड़ी फौज है वो देश के अंदर जे कोई लीडर अपनी राजसी किड़ कढ़ना चाहे तो फौज नूं वरते, पर सारे असूलों नूं छिके टंग के इंदिरा गांधी प्रधानमंत्री ने ये सारे काम कीते सी। ते जदों जनरल साहब ने मना कर दिता सी, तो फिर उसने अपनी किड़ कढ़ण वास्ते एक छोटा जिहा केस जिहड़ा सी 2500 रुपये का गिफ्ट लैण दा ओहदे साध संगत जी जिहड़ा सी ओहदे विच फसा करके ते जनरल साहब नूं जिहड़ा सी बहुत ज़्यादा जलील किया गया। अखीर इन्ना केस नूं लटकाया गया कि जदों उन्हां रिटायर होना सी ना, रिटायर होण तो कुछ दिन पहला ही उन्हां नूं नौकरी तो बर्खास्त कर दिता गया कि ये पेंशन भी ना लै सकण। बहुत ज़्यादा उन्होंने औखा समा कटिया, ते जिहड़ी उन्हां दी धर्म पत्नी सी उन्होंने भी कैंसर सीगा, उन्हां समयां विच घरवाली भी चढ़ाई कर गई।
बहुत दुख दीयां घड़ियां, उधरों पंथ दे हालात इहो जे। इन्हां हालातां विच सरकार दे कोलों ਜਿਹੜੇ ਇਹਨਾਂ ਨੇ ਇੰਨੀ ਵਫਾਦਾਰੀ ਕੀਤੀ ਦੇਸ਼ ਦੀ, ਦੇਸ਼ ਨੂੰ ਐਡਾ ਮਨ ਸਾਨਾ ਮਤਾ ਇਤਿਹਾਸ ਸਿਰਜ ਕੇ ਦਿੱਤਾ, ਉਸ ਜਰਨਲ ਨੇ ਫਿਰ ਸਨਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨਾਲ ਮੁਲਾਕਾਤ ਹੋਈ ਤੇ ਮਹਾਂਪੁਰਖਾਂ ਨੇ ਉਸ ਹੀਰੇ ਨੂੰ ਫਿਰ ਤਰਾਸ਼ ਲਿਆ। ਇਹ ਜਦੋਂ ਪਹਿਲੀ ਮਿਲਣੀ ਹੀ ਹੋਈ ਹੈ, ਕਈਆਂ ਨੇ ਉਸ ਮਿਲਣੀ ਦਾ ਜ਼ਿਕਰ ਕੀਤਾ ਕਿ ਮਹਾਂਪੁਰਖਾਂ ਨੇ ਇੰਨਾ ਪ੍ਰੇਮ ਕੀਤਾ ਕਿ ਆਪਣੇ ਗਾਤਰੇ ਵਾਲਾ ਪਿਸਟਲ ਲਾ ਕੇ ਜਰਨਲ ਸਾਹਿਬ ਦੇ ਗਾਤਰੇ ਪਾਤਾ ਸੀ। ਇਹ ਮਹਾਂਪੁਰਖਾਂ ਦੀ ਦੂਰਅੰਦੇਸ਼ੀ ਸੀ। ਉਹ ਜਾਣਦੇ ਸਨ ਕਿ ਕੌਣ ਸਿੱਖੀ ਦੀ ਸੇਵਾ ਕਿਸ ਤਰ੍ਹਾਂ ਕਰ ਸਕਦਾ ਹੈ। ਤੇ ਸਾਧ ਸੰਗਤ ਜੀ, ਜੇ ਇਹਨਾਂ ਨੂੰ ਡਰ ਸੀ ਤੇ ਜਰਨਲ ਸਾਹਿਬ ਦੇ ਤਰਫੋਂ ਡਰ ਸੀਗਾ ਜ਼ਰੂਰ, ਕਿਉਂਕਿ 1, 2, 3 ਜੂਨ ਨੂੰ ਜਿਹੜੀ ਗੋਲੀ ਚੱਲੀ ਹੈ BSF ਦੀ ਤਰਫੋਂ ਜਾਂ CRF ਦੀ ਤਰਫੋਂ, ਇਹ ਜਾਣਨਾ ਚਾਹੁੰਦੇ ਸੀ ਕਿ ਅੱਗੋਂ ਫਾਇਰ ਕਿੱਥੋਂ ਕਿੱਥੋਂ ਆਉਂਦਾ ਹੈ ਤੇ ਕਿਹੜੀ ਕਿਹੜੀ ਬੰਦੂਕ ਦਾ ਫਾਇਰ ਆਉਂਦਾ ਹੈ। ਤੇ ਜਦੋਂ 3 ਜੂਨ ਨੂੰ ਬਾਹਲੀ ਗੋਲੀ ਇਹਨਾਂ ਨੇ ਗੋਲਾਬਾਰੀ ਕੀਤੀ, ਜਿਸ ਦੇ ਵਿੱਚ ਸਿੱਖ ਸੰਗਤ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਉਸ ਸਮੇਂ ਅੰਦਰੋਂ 12 ਬੋਰ ਦੇ ਫਾਇਰ ਦੀ ਆਵਾਜ਼ ਆਈ, 1, 2 12 ਬੋਰ ਦੇ ਬੰਦੂਕ ਦੀ ਫਾਇਰ। ਤੇ ਉਹ ਕਹਿੰਦੇ ਬੜੇ ਫੌਜੀ ਅਫਸਰ ਜਿਹੜੇ ਹੱਸੇ, ਕਹਿੰਦੇ ਕਿ ਇਹਨਾਂ ਬੰਦੂਕਾਂ ਨਾਲ ਇਹਨਾਂ ਨੇ ਸਾਡਾ ਕੀ ਮੁਕਾਬਲਾ ਕਰ ਲੈਣਾ। ਜਦੋਂ ਫਾਇਰ ਖੁੱਲਦਾ ਹੈ, ਇਹਨਾਂ ਨੂੰ ਟ੍ਰੇਨਿੰਗ ਹੁੰਦੀ ਹੈ ਕਿ ਫਾਇਰ ਕਿੱਥੋਂ ਆਉਂਦਾ ਹੈ, ਉਸ ਮੋਰਚੇ ਨੂੰ ਨੇਸਤੋ ਨਬੂਤ ਕਰਨਾ, ਤੇ ਫਾਇਰ ਕਿਹੜੀ ਬੰਦੂਕ ਦਾ ਆ ਰਿਹਾ ਇਹਨਾਂ ਨੂੰ ਸੁਣ ਕੇ ਪਤਾ ਲੱਗ ਜਾਂਦਾ। ਤੇ ਇਹ ਬਹੁਤ ਜ਼ਿਆਦਾ ਹੱਸੇ ਕਿ ਇਹਨਾਂ ਬੰਦੂਕਾਂ ਦੇ ਨਾਲ ਇਹਨਾਂ ਨੇ ਸਾਡਾ ਕੀ ਮੁਕਾਬਲਾ ਕਰਨਾ ਹੈ। ਪਰ ਉਹਨਾਂ ਦੇ ਆਪਣੇ ਕਹੇ ਹੋਏ ਬੋਲ ਜਦੋਂ ਪਹਿਲੀ ਪਲਟਨ ਪ੍ਰਕਰਮਾਂ ਵਿੱਚ ਉਤਾਰੀ, ਲਾਈਟ ਮਸ਼ੀਨ ਗਨ ਦਾ ਜਦੋਂ ਫਾਇਰ ਖੁੱਲਿਆ ਤੇ ਸਭ ਫੌਜੀ ਅਫਸਰਾਂ ਦੇ ਹੱਥਾਂ ਦੇ ਤੋਤੇ ਉੱਡ ਗਏ ਕਿ ਇਹ ਕੀ ਵਾਪਰ ਗਿਆ। ਕਿਉਂਕਿ ਪ੍ਰਕਰਮਾਂ ਵਿੱਚ ਉਤਰਿਆ ਹੋਇਆ ਇੱਕ ਵੀ ਕਹਿੰਦੇ ਸਾਡਾ ਜਵਾਨ ਬਾਹਰ ਨਹੀਂ ਆ ਸਕਿਆ। ਜੇ ਕੋਈ ਜਿਉਂਦਾ ਸੀ ਤੇ ਉਹ ਇਉਂ ਤੜਫ ਰਿਹਾ ਸੀ ਜਿਵੇਂ ਬੱਕਰੀ ਦਾ ਮੇਮਣਾ ਤੜਫਦਾ ਹੈ। ਤੇ ਇਹ 4 ਜੂਨ ਤੇ 5 ਜੂਨ ਦੀ ਦਰਮਿਆਨੀ ਰਾਤ ਬਹੁਤ ਜ਼ਿਆਦਾ ਗੋਲਾਬਾਰੀ ਹੋਈ। ਆਸਮਾਨ ਗੜਕਦਾ ਸੀ, ਧਰਤੀ ਹਿਲਦੀ ਸੀ, ਬਹੁਤ ਜ਼ਿਆਦਾ। ਸਾਧ ਸੰਗਤ ਜੀ, ਇਸ ਗੋਲਾਬਾਰੀ ਦੇ ਅੰਦਰ ਵੀ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਨੂੰ ਜਿਨ੍ਹਾਂ ਨੇ ਸਾਧ ਸੰਗਤ ਜੀ ਕਾਇਮ ਰੱਖਿਆ, ਉਹਨਾਂ ਸਿੰਘ ਸਾਹਿਬਾਂ ਨੇ ਵੀ ਸੇਵਾ ਕੀਤੀ। ਕੀਰਤਨ ਦੀ ਮਰਿਆਦਾ ਨਿਭਾਉਂਦੇ ਹੋਏ ਵੀ ਜਿਹੜੇ ਇੱਕ ਸਿੰਘ ਦਾ ਜ਼ਿਕਰ ਆਉਂਦਾ ਹੈ, ਉਹ 72 ਘੰਟੇ ਲਗਾਤਾਰ ਕੀਰਤਨ ਕਰਦੇ ਰਹੇ ਤੇ ਉੱਥੇ ਹੀ ਗੋਲੀ ਵੱਜਣ ਨਾਲ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਹਰ ਕੀ ਪੌੜੀ ਉੱਤੇ ਜੋ ਸਤਿਗੁਰਾਂ ਜੀ ਦੇ ਸਰੂਪ ਪ੍ਰਕਾਸ਼ ਹੁੰਦੇ ਆ, ਉਹਨਾਂ ਸਰੂਪਾਂ ਵਿੱਚ ਗੋਲੀਆਂ ਵੱਜੀਆਂ। ਜਿਹੜਾ ਇਹ ਬਾਰ-ਬਾਰ ਕਿਹਾ ਜਾਂਦਾ ਸੀ ਕਿ ਹਰਿਮੰਦਰ ਸਾਹਿਬ ਦੇ ਉੱਪਰ ਕੋਈ ਗੋਲੀ ਨਹੀਂ ਵੱਜੀ, ਹਰਿਮੰਦਰ ਸਾਹਿਬ ਦੇ ਅੰਦਰ ਖੋਲਾਂ ਦੇ ਖੋਲ ਸਾਧ ਸੰਗਤ ਜੀ ਜਿਹੜੇ ਸੀ ਨਾ, ਉਹ ਸਿੱਕੇ ਭਾਵ ਗੋਲੀਆਂ ਦੇ ਉਹ ਢੇਰਾਂ ਦੇ ਢੇਰ ਪਏ ਸਨ। ਕੋਈ ਲਿਹਾਜ਼ ਨਹੀਂ ਕੀਤਾ ਕਿ ਹਰਿਮੰਦਰ ਸਾਹਿਬ ਦੇ ਉੱਪਰ ਗੋਲੀ ਨਾ ਮਾਰੀ ਜਾਵੇ। ਇਹ ਕੇਵਲ ਖਬਰਾਂ ਸੀਗੀਆਂ। ਤੇ ਜਦੋਂ ਇਹ ਸਾਰਾ ਦਿਨ ਵੀ ਇਹਨਾਂ ਨੇ ਪੂਰਾ ਜ਼ੋਰ ਲਾਇਆ, ਪਰ ਹਰੇਕ ਕੋਸ਼ਿਸ਼ ਨਾਕਾਮ ਰਹੀ। ਜਦੋਂ ਫਿਰ ਇਹਨਾਂ ਨੇ ਸ਼ਾਮ ਦਾ ਵਕਤ ਸੀਗਾ ਤੇ ਆਪੋ ਆਪਣੇ ਤਰੀਕੇ ਨਾਲ ਕਈਆਂ ਨੇ ਵਕਤ ਜਿਹੜਾ ਇਹ ਥੋੜਾ ਬਦਲਵਾਂ ਦੱਸਿਆ। ਪਰ ਸਾਧ ਸੰਗਤ ਜੀ, ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ, ਜਿਹੜੇ ਉਸ ਸਮੇਂ ਅਰਦਾਸ ਦੇ ਵਕਤ ਤੱਕ ਅੰਦਰ ਸਨ, ਕੁਝ ਸਰੀਰ ਇੰਗਲੈਂਡ ਵਿੱਚ ਅਜੇ ਹਨ, ਜਿਨ੍ਹਾਂ ਨੇ ਅਖੀਰਲਾ ਸਮਾਂ ਤੱਕ ਆਪਣੀਆਂ ਅੱਖਾਂ ਨਾਲ ਵੇਖਿਆ, ਜਿਹੜੇ ਵੱਡੇ ਉੱਚੇ ਬੁੰਗੇ ਆ, ਉਹ ਬੁੰਗਿਆਂ ਦੇ ਉੱਤੇ ਮੋਰਚੇ ਸਨ, ਪਰ ਉਹਨਾਂ ਮੋਰਚਿਆਂ ਵੱਲੋਂ ਕੋਈ ਜਵਾਬੀ ਫਾਇਰ ਨਹੀਂ ਸੀ ਦਿੱਤਾ ਗਿਆ। ਤੇ ਉਹਨਾਂ ਨੇ ਭਾਵੇਂ ਸਿੰਘ ਦੱਸਦੇ ਆ ਕਿ ਭਾਈ ਉਹ ਆਗਿਆ ਮੰਗਦੇ ਸੀ ਕਿ ਸਾਨੂੰ ਵੀ ਮੌਕਾ ਦਿਓ, ਤੇ ਜਰਨਲ ਸਾਹਿਬ ਦੀ ਦੂਰਅੰਦੇਸ਼ੀ ਸੀ। ਜਰਨਲ ਸੁਬੇਗ ਸਿੰਘ ਜੀ ਕਹਿੰਦੇ ਜਦੋਂ ਤੁਹਾਡੀ ਵਾਰੀ ਆਊਗੀ ਉਦੋਂ ਤੁਹਾਨੂੰ ਦੱਸਾਂਗੇ, ਕਿਉਂਕਿ ਜੰਗ ਉਹਨਾਂ ਦੀ ਕਮਾਂਡ ਥੱਲੇ ਲੜੀ ਜਾ ਰਹੀ ਸੀ। ਉਹਨਾਂ ਨੂੰ ਪਤਾ ਸੀ ਕਿ ਫੌਜ
ਕੀ ਪ੍ਰਸ਼ਨ ਕਰਦੀ ਹੈ ਤੇ ਉਹਦਾ ਉੱਤਰ ਕਿਵੇਂ ਦੇਣਾ, ਤੇ ਦਿੱਤੇ ਹੋਏ ਉੱਤਰ ਦਾ ਜਵਾਬ ਅੱਗੋਂ ਫੌਜ ਨੇ ਕੀ ਦੇਣਾ। ਬਹੁਤ ਮਾਹਰ ਸਨ ਜੰਗ ਦੇ ਉਹ, ਤੇ ਉਹਨਾਂ ਸਿੰਘਾਂ ਨੂੰ ਉਹਨਾਂ ਨੇ ਇਜਾਜ਼ਤ ਤੱਕ ਨਹੀਂ ਦਿੱਤੀ। ਉਹ ਚਾਹੁੰਦੇ ਸਨ ਕਿ ਸਾਨੂੰ ਮੌਕਾ ਦਿੱਤਾ ਜਾਵੇ, ਪਰ ਜਨਰਲ ਸਾਹਿਬ ਨੂੰ ਪਤਾ ਸੀ ਕਿ ਇਸ ਕਾਰਵਾਈ ਤੋਂ ਬਾਅਦ ਫੌਜ ਅੱਗੇ ਕੀ ਕਾਰਵਾਈ ਕਰੇਗੀ, ਉਸ ਤੋਂ ਅੱਗੇ ਕੀ ਕਾਰਵਾਈ ਕਰੇਗੀ। ਤੇ ਉਹਨਾਂ ਨੇ ਪਹਿਲੋਂ ਹੀ ਪਾਂਤੜੇਬਾਜ਼ ਸਾਰੀ ਤਿਆਰੀ ਰੱਖੀ ਸੀ। ਵਾਇਰਲੈਸ ਸੈੱਟ ਅੰਦਰ ਉਹਨਾਂ ਦੇ ਕੋਲ ਸਨ, ਵਾਕੀ ਟਾਕੀ ਸੈੱਟ ਰਾਹੀਂ ਉਹ ਖਬਰ ਪਹੁੰਚਾਉਂਦੇ ਸਨ। ਜੇ ਉਹ ਨਹੀਂ ਸੀ ਚੱਲਦਾ ਤੇ ਅੰਦਰੋਂ ਅੰਦਰੀ ਪ੍ਰਕਰਮਾਂ ਵਿੱਚ ਵੜਦੀ ਗੋਲੀ ਵਿੱਚ ਸਿੰਘ ਮੋਰਚਿਆਂ ਤੱਕ ਪਹੁੰਚ ਕਰਦੇ ਸਨ। ਤੇ ਜਿਸ ਵਕਤ ਫੌਜੀ ਅਫਸਰਾਂ ਨੇ ਇਹ ਮਨ ਬਣਾਇਆ ਕਿ ਜੇ ਹੋਰ ਕੋਈ ਚਾਰਾ ਨਹੀਂ ਤੇ ਹੈਲੀਕਾਪਟਰਾਂ ਰਾਹੀਂ ਕਮਾਂਡੋ ਜਿਹੜੇ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹ ਪਹੁੰਚ ਕਰਨਾ ਚਾਹੁੰਦੇ ਸੀ, ਤੇ ਅਕਾਲ ਤਖਤ ਸਾਹਿਬ ਦੇ ਆਲੇ ਦੁਆਲੇ ਜਿਹੜੀਆਂ ਛੱਤਾਂ ਨੇ ਉਹਨਾਂ ਉੱਤੇ ਜਿਹੜਾ ਪੈਰਾਮਿਲਟਰੀ ਵਾਲੇ ਕਮਾਂਡੋ ਹੈ ਉਹਨਾਂ ਨੂੰ ਉਤਾਰਿਆ ਜਾਵੇ। ਜਿਸ ਵਕਤ ਕਮਾਂਡੋ ਉਤਰ ਰਹੇ ਸਨ ਤੇ ਉਹਦਾ ਜਵਾਬ ਦੇਣ ਲਈ ਸਿੰਘ ਕਾਹਲੇ ਪੈ ਰਹੇ ਸਨ, ਪਰ ਜਰਨਲ ਸਾਹਿਬ ਦਾ ਹੁਕਮ ਨਹੀਂ ਸੀ ਹੋ ਰਿਹਾ। ਜਦੋਂ ਚਿੱਟਾ ਦਿਨ ਸੀ, ਜਿਸ ਵਕਤ ਕਹਿੰਦੇ ਆ ਕਿ ਕੋਈ 300-400 ਦੀ ਗਿਣਤੀ ਵਿੱਚ ਉਹ ਕਮਾਂਡੋ ਉਤਰ ਗਏ, ਤੇ ਫਿਰ ਜਰਨਲ ਸਾਹਿਬ ਨੇ ਹੁਕਮ ਦਿੱਤਾ ਕਿ ਹੁਣ ਤੁਹਾਡੀ ਵਾਰੀ ਹੈ, ਕਿਉਂਕਿ ਉਹਨਾਂ ਦੀ ਮਾਰ ਥੱਲੇ ਸੀ ਉਹ ਸਾਰੇ। ਤੇ ਫੌਜੀ ਅਫਸਰਾਂ ਨੇ ਲਿਖਿਆ ਹੈ ਕਿ ਜਿਵੇਂ ਭੱਠੀ 'ਚ ਦਾਣੇ ਭੁੱਜਦੇ ਆ ਨਾ, ਇਵੇਂ 300-400 ਕਮਾਂਡੋ ਭੁੱਜਿਆ। ਫਿਰ ਕਹਿੰਦੇ ਇਹ ਅਨੁਮਾਨ ਹੀ ਨਹੀਂ ਸੀਗਾ ਕਿ ਇਹਨਾਂ ਬੁੰਗਿਆਂ ਦੇ ਉੱਤੇ ਵੀ ਮੋਰਚੇ ਬਣੇ ਹੋਏ ਆ। ਫਿਰ ਹਰੇਕ ਤਰੀਕੇ ਨਾਲ ਬਹੁਤ ਜ਼ਿਆਦਾ ਇਹ ਤਾਬੜ ਤੋੜ ਹਮਲੇ ਕੀਤੇ ਗਏ, ਗੋਲਾਬਾਰੀ ਲਗਾਤਾਰ ਹੋਈ, ਤੇ ਇੱਕ ਇੱਕ ਮੋਰਚੇ ਵਿੱਚ ਸਿੰਘ ਜਿਹੜੇ ਸੀ ਉਹ ਸਾਧ ਸੰਗਤ ਜੀ ਆਖਰੀ ਸਾਹਾਂ ਤੱਕ ਲੜਦੇ ਹੋਏ ਸ਼ਹੀਦ ਹੋਏ। ਜਿੰਨਾ ਮਨੀਸ਼ਨ ਸੀ ਕੋਲ ਮੁਕਾ ਕੇ ਹੀ ਉਹਨਾਂ ਨੇ ਸ਼ਹਾਦਤ ਨੂੰ ਪ੍ਰਾਪਤ ਕੀਤਾ। ਗੋਲੀਆਂ ਵੱਜਦਿਆਂ ਹੋਇਆਂ ਵੀ ਜਕਾਰੇ ਛੱਡੇ। ਇਹ ਮਹੀਨਾ ਤੁਹਾਨੂੰ ਪਤਾ ਹੈ ਕਿ ਕਿੰਨੀ ਗਰਮੀ ਵਾਲਾ ਹੁੰਦਾ ਹੈ, ਇੰਨੀ ਪਿਆਸ, ਤੇ ਇਹੋ ਜਿਹੇ ਗੈਸਾਂ ਦੇ ਅੰਦਰ ਗੋਲੇ ਛੱਡੇ ਗਏ ਜਿਨ੍ਹਾਂ ਨਾਲ ਦਮ ਘੁੱਟਦੇ ਸਨ। ਬੱਚੇ ਤੱਕ ਬੇਰਹਿਮੀ ਨਾਲ ਇਹਨਾਂ ਮਾਰੇ, ਔਰਤਾਂ ਤੱਕ ਦਾ ਲਿਹਾਜ਼ ਨਾ ਕੀਤਾ। ਬਹੁਤ ਜ਼ਿਆਦਾ ਉਸ ਸਮੇਂ ਹਿੰਦੁਸਤਾਨ ਦੀ ਆਰਮੀ ਨੇ ਦਰਿੰਦਗੀ ਦਾ ਨਾਚ ਉੱਥੇ ਨਚਿਆ। ਤੇ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਜਿਹੜੀ ਵਿਚਕਾਰਲੀ ਸੜਕ ਹੈ ਉਹ ਬਖਤਰ ਬੰਦ ਗੱਡੀਆਂ ਦੇ ਨਾਲ ਉਹਨੂੰ ਇੱਕ ਹਿਸਾਬ ਨਾਲ ਜਿਹੜਾ ਸੀ ਸਮੂਹ ਨਾਲੋਂ ਉਹਦਾ ਸੰਪਰਕ ਤੋੜ ਦਿੱਤਾ ਸੀਗਾ। ਉਧਰ ਫਿਰ ਜਾਣ ਆਉਣ ਕਿਸੇ ਦਾ ਨਹੀਂ ਸੀਗਾ। ਤੇ ਜਦੋਂ ਕੋਈ ਹੀਲਾ ਨਹੀਂ ਸੀ ਚੱਲ ਰਿਹਾ, ਫਿਰ ਟੈਂਕਾਂ ਨੂੰ ਅੰਦਰ ਜਿਹੜਾ ਸੀ ਨਾ ਉਹ ਵਾੜਨ ਦਾ ਆਰਡਰ ਲਿਆ ਗਿਆ। ਜਿਸ ਸਮੇਂ ਫਿਰ ਟੈਂਕ ਅੰਦਰ ਵਾੜੇ ਗਏ, ਉਹ ਟੈਂਕਾਂ ਨੂੰ ਤੋੜਨ ਵਾਸਤੇ ਕੁਝ ਸਮਾਨ ਸੀਗਾ, ਪਰ ਉਹ ਸਾਧ ਸੰਗਤ ਜੀ ਇੰਨਾ ਜ਼ਿਆਦਾ ਨਹੀਂ ਸੀ। ਜਿਸ ਸਮੇਂ ਰਾਤ ਦਾ ਵਕਤ ਸੀ ਜਦੋਂ ਫਿਰ ਟੈਂਕ ਅੰਦਰ ਪ੍ਰਵੇਸ਼ ਹੋਏ ਆ, ਉਹਨਾਂ ਦੀਆਂ ਲਾਈਟਾਂ ਇਹੋ ਜਿਹੀਆਂ ਸਨ ਜਿਹੜੀਆਂ ਦਿਨ ਚਾੜ੍ਹਦੀਆਂ ਸਨ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾ ਕਰਕੇ ਉਹਨਾਂ ਨੇ ਗੋਲੇ ਦਾਗਣੇ ਸ਼ੁਰੂ ਕੀਤੇ। ਤੇ ਖਾਲਸੇ ਨੇ ਫਿਰ ਸਾਧ ਸੰਗਤ ਜੀ ਇਹੋ ਜਿਹਾ ਸਬੂਤ ਦਿੱਤਾ। ਜਦੋਂ ਮੁਲਤਾਨ ਦਾ ਯੁੱਧ ਹੋਇਆ ਨਾ, ਉਹਦਾ ਇੱਕ ਅੰਗਰੇਜ਼ ਰਾਈਟਰ ਨੇ ਲਿਖਿਆ ਹੈ ਕਿ ਸਿੱਖਾਂ ਦੀ ਤੋਪ ਦਾ ਪਹੀਆ ਟੁੱਟ ਗਿਆ ਸੀ, ਤੇ ਉਹ ਕਹਿੰਦੇ ਹੁਣ ਨਹੀਂ ਯੁੱਧ ਜਿੱਤਿਆ ਜਾ ਸਕਦਾ। ਜਿਹੜੇ ਕੋਈ ਅੰਗਰੇਜ਼ ਸਨ ਮਹਾਰਾਜੇ ਦੀ ਫੌਜ ਦੇ ਅੰਦਰ, ਤੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਨੇ ਕਿਹਾ ਖਾਲਸੇ ਨੂੰ ਪਿੱਠ ਕਰਕੇ ਜਾਣ ਦੀ ਆਦਤ ਨਹੀਂ ਹੈ, ਅਸੀਂ ਆਪਣੀਆਂ ਜਾਨਾਂ ਹੂਲ ਕੇ ਮੁਲਤਾਨ ਫਤਿਹ ਕਰਾਂਗੇ। ਕਿਹਾ ਕਿ ਜਥੇਦਾਰ ਜੀ ਤੋਪ ਤਾਂ ਰਹੀ ਨਹੀਂ, ਪਹੀਆ ਟੁੱਟ ਚੁੱਕਾ ਹੈ। ਕਹਿੰਦੇ ਇੱਕ ਇੱਕ ਸਿੰਘ ਆਪਦਾ ਮੋਢਾ ਉਸ ਪਹੀਏ ਦੀ ਥਾਵੇਂ ਦੇਵੇ ਤੇ ਤੋਪਾਂ ਦੇ ਗੋਲੇ ਤੋਪ ਤੋਂ ਗੋਲਾ ਛੱਡਿਆ ਜਾਵੇ। ਜਦੋਂ ਤੋਪ ਝਟਕਾ ਮਾਰਦੀ ਹੈ ਨਾ, ਤੇ ਧੌਣ ਦੀ ਘੰਡੀ ਟੁੱਟ ਕੇ ਹੋ ਜਾਂਦੀ ਸੀ, ਉਸੇ ਸਮੇਂ ਗੋਲਾ ਛੁੱਟਦੇ ਹੀ ਸਿੰਘ ਸ਼ਹੀਦ ਹੋ ਜਾਂਦਾ ਸੀ। ਤੇ ਉਸ ਅੰਗਰੇਜ਼ ਨੇ ਲਿਖਿਆ ਕਿ ਲਾਈਨ ਲੱਗ ਗਈ ਸੀ ਉਸ ਤੋਪ ਨੂੰ ਮੋਢਾ ਦੇਣ ਵਾਸਤੇ, ਲਾਈਨ ਲੱਗ ਗਈ ਸੀ ਕਿ ਲੜਦੇ ਸੀ ਸਿੰਘ ਆਪਸ ਦੇ ਵਿੱਚ ਕਿ ਮੈਂ ਪਹਿਲੋਂ ਮੋਢਾ ਦੇਣਾ, ਮੈਂ ਪਹਿਲੋਂ ਮੋਢਾ ਦੇਣਾ। ਤੇ ਉਸ ਅੰਗਰੇਜ਼ ਨੇ ਲਿਖਿਆ ਮੈਥੋਂ ਵੀ ਨਹੀਂ ਰਿਹਾ ਗਿਆ ਉਸ ਉਹਨਾਂ ਮਰ ਜੀਵੜਿਆਂ ਵੱਲ ਵੇਖ ਕੇ ਕਿ ਮਰਨ ਨੂੰ ਇੰਨੇ ਕਾਹਲੇ ਪੈ ਰਹੇ ਆ। ਕਹਿੰਦਾ ਮੈਂ ਵੀ ਉਸ ਕਤਾਰ ਵਿੱਚ ਲੱਗ ਗਿਆ ਕਿ ਮੈਂ ਵੀ ਮਰਨਾ ਇਸ ਮੋਢਾ ਦੇ ਕੇ ਇਸ ਤੋਪ ਨੂੰ।
ਕਹਿੰਦਾ ਪਰ ਜਦੋਂ ਮੇਰੀ ਵਾਰੀ ਆਉਣੀ ਸੀ ਉਹਨਾਂ ਚਿਰ ਨੂੰ ਤੋਪ ਦਾ ਗੋਲਾ ਵੱਜਣ ਨਾਲ ਪਾੜਾ ਪੈ ਗਿਆ ਕੰਧ ਦੇ ਅੰਦਰ ਤੇ ਅਕਾਲੀ ਜੀ ਘੋੜੇ ਨੂੰ ਕੁਦਾ ਕੇ ਜਾ ਅੰਦਰ ਵੜੇ ਸਨ। ਤੇ ਮੈਂ ਕਹਿੰਦਾ ਦੁਨੀਆ ਨੂੰ ਇਤਿਹਾਸ ਸਿੱਖਾਂ ਦਾ ਦੱਸਣ ਲਈ ਜਿਉਂਦਾ ਰਹਿ ਗਿਆ ਕਿ ਸਿੱਖ ਇਹੋ ਜੀ ਜਾਂਬਾਜ਼ ਕੌਮ ਹੈ। ਇਹ ਇਵੇਂ ਸ਼ਹਾਦਤ ਦੀ ਦੇਵੀ ਨੂੰ ਵਰਦੇ ਆ ਜਿਵੇਂ ਸ਼ਮਾ ਦੇ ਉੱਤੇ ਆ ਕਰਕੇ ਭਮਟੇ ਜਿਹੜੇ ਆ ਨਾ ਪਤੰਗੇ ਉਹ ਸੜਦੇ ਆ ਨਾ, ਇਵੇਂ ਹੱਸ ਕੇ ਸ਼ਹਾਦਤ ਪਾਉਂਦੇ ਆ। ਅੰਦਰ ਜਦੋਂ ਇਹ ਸਾਧ ਸੰਗਤ ਜੀ ਬਖਤਰਬੰਦ ਗੱਡੀਆਂ ਤੇ ਟੈਂਕ ਵਾੜੇ ਗਏ, ਇਹਦਾ ਫਿਰ ਜਵਾਬ ਦੇਣ ਲਈ ਧੰਨ ਹੀ ਉਹ ਭਾਈ ਮੋਹਰ ਸਿੰਘ ਜੀ ਹੈ ਤਾਂ ਸਾਧ ਸੰਗਤ ਜੀ ਪੰਡਤ ਸਨ, ਪਰ ਮਹਾਂਪੁਰਖਾਂ ਦੇ ਮੁਖ ਤੋਂ ਗੁਰਮਤਿ ਦਾ ਉਪਦੇਸ਼ ਸੁਣ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ। ਦੋ ਉਹਨਾਂ ਦੀਆਂ ਲੜਕੀਆਂ ਸੀ, ਇੱਕ ਦਾ ਨਾਮ ਸੀ ਸਤਨਾਮ ਕੌਰ, ਇੱਕ ਦਾ ਨਾਮ ਸੀ ਵਾਹਿਗੁਰੂ ਕੌਰ। ਤੇ ਇਹਨਾਂ ਛੋਟੀਆਂ ਬੱਚੀਆਂ ਨੂੰ ਫਿਰ ਉਹਨਾਂ ਨੇ ਬੰਬ ਬੰਨ ਕਰਕੇ ਉਹਨਾਂ ਟੈਂਕਾਂ ਤੇ ਤੋਪਾਂ ਨੂੰ ਉਡਾਇਆ। ਬਖਤਰਬੰਦ ਗੱਡੀਆਂ ਨੂੰ ਆਪ ਵੀ ਉਹਨਾਂ ਨੇ ਆਪਣੇ ਸਰੀਰ ਨਾਲ ਬੰਬ ਬੰਨ ਕੇ, ਤੇ ਉਹਨਾਂ ਦੀ ਧਰਮ ਪਤਨੀ ਨੇ ਵੀ ਇਸ ਮਹਾਯੁੱਧ ਦੇ ਅੰਦਰ ਸ਼ਹਾਦਤ ਪ੍ਰਾਪਤ ਕੀਤੀ। ਤੇ ਇਹ ਸਾਧ ਸੰਗਤ ਜੀ ਟੈਂਕਾਂ ਤੇ ਤੋਪਾਂ ਦੇ ਹਮਲੇ ਨੂੰ ਵੀ ਉਹਨਾਂ ਨੇ ਨਕਾਰਾ ਕੀਤਾ। ਇਹ ਜਿਹੜਾ ਅੱਜ 5 ਜੂਨ ਦਾ ਦਿਨ ਹੈ ਨਾ, ਇਹ 5 ਜੂਨ ਦੇ ਦਿਨ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਜਿਹੜੀ ਸੀ ਉਹ ਗੜਗੜਾ ਰਹੀ ਸੀ। ਬਹੁਤ ਬੁਰੀ ਤਰ੍ਹਾਂ ਜਿਹੜਾ ਸੀ ਫੌਜ ਹਮਲਾ ਬੋਲ ਰਹੀ ਸੀ। ਕਦੇ ਕਿਸੇ ਤਰੀਕੇ ਨਾਲ ਕਿਸੇ ਤਰੀਕੇ ਨਾਲ ਫੌਜ ਦੇ ਅਫਸਰ ਖਿੱਚ ਚੁੱਕੇ ਸੀਗੇ, ਕਿਉਂਕਿ ਜਿਨ੍ਹਾਂ ਨੇ ਆਪਣੇ ਆਕਾਮਾਂ ਨੂੰ ਕਿਹਾ ਸੀ ਇਹ 2 ਘੰਟੇ ਦਾ ਆਪਰੇਸ਼ਨ ਹੈ, ਸਾਰੀ ਭਾਰਤ ਦੀ ਹਿੰਦੁਸਤਾਨ ਦੀ ਆਰਮੀ ਝੋਕ ਦਿੱਤੀ। 10 ਲੱਖ ਫੌਜ ਥੋੜੀ ਨਹੀਂ ਹੁੰਦੀ, 6 ਲੱਖ ਸਿੱਧੀ ਹਰਮੰਦਰ ਸਾਹਿਬ ਦੇ ਉੱਤੇ ਘੇਰਾ ਘੱਤੀ ਖਲੋਤੀ ਸੀ। 4 ਲੱਖ ਥਾਵਾਂ ਤੇ ਗੁਰੂ ਅਸਥਾਨਾਂ ਦੇ ਉੱਤੇ ਹਮਲੇ ਬੋਲ ਦਿੱਤੇ ਸੀ। ਇੱਥੋਂ ਤੱਕ ਸਿੱਖ ਫੌਜੀਆਂ ਨੂੰ ਇੱਕ ਹਡਸਨ ਹਾਰਸ ਰੈਜੀਮੈਂਟ ਹੈ, ਉਹਨੂੰ 4 ਹਾਰਸ ਵੀ ਕਹਿੰਦੇ ਆ, ਉਸ ਰੈਜੀਮੈਂਟ ਦਾ ਬੜਾ ਸ਼ਾਨਾ ਮੱਤਿਆ ਇਤਿਹਾਸ ਹੈ। ਇੱਥੇ ਤਖਤ ਸਾਹਿਬ ਤੇ ਵੀ ਉਹਨਾਂ ਦੇ ਪੱਥਰ ਲੱਗੇ ਹੋਏ ਆ, ਤਖਤ ਸਾਹਿਬ ਦੇ ਆਲੇ ਦੁਆਲੇ ਉਸ ਰੈਜੀਮੈਂਟ ਦੇ। ਸ੍ਰੀ ਹਰਮੰਦਰ ਸਾਹਿਬ ਦੀਆਂ ਪਰਿਕਰਮਾ ਚ ਉਤਰੋਗੇ, ਉੱਥੇ ਵੀ ਉਸ ਰੈਜੀਮੈਂਟ ਦੇ ਪੱਥਰ ਲੱਗੇ ਹੋਏ ਆ। ਉਹਨਾਂ ਦੇ ਅਧੀਨ ਟੈਂਕ ਹੁੰਦੇ ਆ ਤੇ ਉੱਥੇ ਗੜਵਾਲੀਏ ਤੇ ਸਿੱਖ ਹੁੰਦੇ ਆ। ਸਾਧ ਸੰਗਤ ਜੀ ਮੈਂ ਉੱਥੇ ਕਥਾ ਕਰਨ ਗਿਆ ਸਾਂ ਤੇ ਉਹਨਾਂ ਅਜੇ ਤੱਕ ਉਹ ਜਿਹੜੇ ਸਰੀਰ ਨੇ ਡਿਊਟੀ ਤੇ ਸਨ, ਔਨ ਡਿਊਟੀ, ਅੱਜ ਤੋਂ ਕੋਈ 20 ਸਾਲ ਪੁਰਾਣੀ ਗੱਲ ਹੈ। ਉਹਨਾਂ ਨੇ ਦੱਸਿਆ ਸਿੱਖ ਆਫੀਸਰਾਂ ਨੇ ਕਿ ਸਾਨੂੰ ਭੇਜਿਆ ਤਾਂ ਗਿਆ, ਪਰ ਜਿਹੜਾ ਸਾਡਾ ਮੁਖੀ ਸੀਗਾ, ਜਿਹੜਾ ਸਾਡਾ ਜਰਨੈਲ ਸੀਗਾ, ਉਹਨੇ ਇਹ ਗੱਲ ਕਹੀ ਸੀ ਕਿ ਮੇਰੀ ਪਲਟਨ ਨੂੰ ਤਾਂ ਤੁਸੀਂ ਭੇਜ ਰਹੇ ਹੋ ਅੱਗੇ ਦਰਬਾਰ ਸਾਹਿਬ ਤੇ ਗੋਲੇ ਦਾਗਣ ਲਈ, ਪਰ ਮੈਂ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਮੇਰੇ ਸਿੱਖ ਜਵਾਨਾਂ ਦੇ ਟੈਂਕਾਂ ਦੇ ਮੂੰਹ ਹਰਮੰਦਰ ਸਾਹਿਬ ਵੱਲ ਨੂੰ ਵੇਖ ਕੇ ਉਧਰ ਨੂੰ ਹੀ ਰਹਿਣਗੇ ਜਾਂ ਆਪਣੀ ਹੀ ਫੌਜ ਵੱਲ ਨੂੰ ਸਿੱਧੇ ਹੋ ਜਾਣਗੇ। ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਫਿਰ ਉਹਨਾਂ ਦੇ ਕਹੇ ਹੋਏ ਬੋਲ ਕੇ ਅਸੀਂ ਹਰਮੰਦਰ ਸਾਹਿਬ ਦੀ ਦੇ ਬਾਰੇ ਕੋਈ ਆਪਣੇ ਮੈਸ ਵਿੱਚ ਬਹਿ ਕੇ ਵੀ ਗੱਲ ਨਹੀਂ ਕਰ ਸਕਦੇ। ਮੈਂ ਪੁੱਛਿਆ ਉਹਦਾ ਕੀ ਕਾਰਨ? ਕਹਿੰਦੇ ਬੜੇ ਸਾਲ ਬੀਤ ਜਾਣ ਤੋਂ ਵੀ ਸਿੱਖਾਂ ਦੇ ਮਨ ਦਾ ਇਹ ਜ਼ਖਮ ਨਹੀਂ ਭਰਿਆ। ਉਹਨੇ ਕਹੀ ਹੋਈ ਆਫੀਸਰ ਦੀ ਗੱਲ ਦੱਸ ਰਿਹਾ, ਮੈਂ ਕਿਸੇ ਲਿਖਤ ਦੀ ਗੱਲ ਨਹੀਂ ਕਹਿ ਰਿਹਾ। ਕਹਿੰਦੇ ਰਾਜਸਥਾਨ ਦੇ ਵਿੱਚ ਅਸੀਂ ਫੌਜੀ ਮਸ਼ਕਾਂ ਜਿਹੜੀਆਂ ਕਰਦੇ ਆ, ਮਨਸੂਈ ਲੜਾਈਆਂ, ਉਹ ਕਹਿੰਦੇ ਟ੍ਰੇਨਿੰਗ ਕਰ ਰਹੇ ਸਾਂ ਤੇ ਸ਼ਾਮ ਨੂੰ ਬੈਠੇ ਉੱਥੇ, ਇਹ ਹੁਣ ਸ਼ਾਮ ਨੂੰ ਸ਼ਰਾਬ ਸ਼ਰੂ ਪੀਂਦੇ ਆ, ਕੋਈ ਮੁਰਗਾ ਖਾਂਦੇ ਸੀ ਬੈਠੇ, ਨਾਲੇ ਤੇ ਉਹ ਕੁੱਕੜ ਭੁੰਨਦੇ ਪਏ ਆ, ਨਾਲੇ ਸ਼ਰਾਬ ਪੀਂਦੇ ਆ, ਤੇ ਉਹ ਇਕੱਠੇ ਬੈਠੇ ਸੀ ਗੜਵਾਲੀਏ ਤੇ ਸਿੱਖ। ਉਹ ਆਫੀਸਰ ਕਹਿੰਦਾ ਸਾਡੇ ਇੱਕ ਜਵਾਨ ਨੇ ਪੁੱਛ ਲਿਆ ਬੈਠਿਆ ਵੀ ਤੁਹਾਡੇ ਵਿੱਚੋਂ ਗਨਰ ਕਿਹੜਾ ਸੀ ਜਦੋਂ ਤੁਹਾਨੂੰ ਅੱਗੇ ਲਾਇਆ ਗਿਆ ਸੀ? ਫਿਰ ਸਾਡੀ ਤਾਂ ਜਿਹੜਾ ਹਰੀਆਂ ਵੇਲਾ ਵਾਲਾ ਗੁਰਦੁਆਰਾ ਸਾਹਿਬ ਹੈ ਨਾ, ਉੱਥੇ ਇਹ ਸਾਰੇ ਟੈਂਕ ਕਹਿੰਦੇ ਸਾਡੇ ਆਰਮੀ ਨੇ ਹਿਰਾਸਤ ਚ ਲੈ ਲਏ ਸੀਗੇ, ਸਾਨੂੰ ਗ੍ਰਿਫਤਾਰ ਕਰ ਲਿਆ ਸੀਗਾ। ਕਹਿੰਦੇ ਉਹ ਹਾਸੇ ਨਾਲ ਹੀ ਪੁੱਛਿਆ ਕਿ ਤੁਹਾਡੇ ਵਿੱਚੋਂ ਗਨਰ ਕਿਹੜਾ ਸੀ? ਹੁਣ ਉਹਦੀ ਮੌਤ ਆਈ, ਉਹ ਅੱਗੋਂ ਕਹਿੰਦਾ ਮੈਂ ਹੀ ਸੀ। ਕਹਿੰਦਾ ਮੈਂ ਗਨਰ ਸੀ ਉੱਥੇ ਨਸ਼ੇ ਚ, ਕਹਿੰਦਾ ਮੈਂ ਟ੍ਰਾਈਗਰ ਦਬਾਇਆ ਸੀ, ਮੈਂ ਗੋਲੇ ਦਾਗੇ ਸੀ। ਉਸੇ ਸਮੇਂ ਜਵਾਨ ਨੇ ਆਪਦੇ ਗਾਤਰਿਓਂ ਕੱਢ ਕੇ ਪਿਸਟਲ 6 ਦੀਆਂ 6 ਗੋਲੀਆਂ ਉਹਦੀ ਛਾਤੀ 'ਚ ਦਾਗ ਦਿੱਤੀਆਂ ਸੀ। ਤੂੰ ਗੁਰੂ ਰਾਮਦਾਸ ਸਾਹਿਬ ਦੇ ਘਰ ਤੇ ਗੋਲੇ ਦਾਗੇ ਸੀ। ਉਸੇ ਸਮੇਂ ਢੇਰੀ ਕਰਤਾ ਸੀ ਤੇ ਬੈਨ ਲੱਗਾ ਹੋਇਆ। ਕਹਿੰਦੇ ਸਾਨੂੰ ਆਰਮੀ ਦੇ ਵਿੱਚ ਹਰਮੰਦਰ ਸਾਹਿਬ ਦੇ ਉਸ ਸਮੇਂ ਦੇ ਅਟੈਕ ਬਾਰੇ ਨਾ ਕੋਈ ਜਵਾਨ ਨਾ ਕੋਈ ਆਫੀਸਰ ਗੱਲ ਨਹੀਂ ਕਰ ਸਕਦਾ, ਭਾਵੇਂ ਕਿ ਉਦੋਂ ਨਸ਼ਾ ਹੀ ਪੀ ਰਹੇ ਸੀ,
पर सिੱਖੀ अंदर जाग पई। ये कहते पता नहीं लगता इन्हां दे अंदर सिੱਖੀ किवें जाग पैंदी है। सिੱਖੀ दी स्पिरिट इहो जी है। कहते अबदाली ने पुछया कि सिंह किहो जे हुंदे आ। मीरां वजीरां नूं कहंदा कहंदे महाराज असली सिंह तां मिलने नहीं, आ जिहड़े भंड हुंदे आ इन्हां नूं कहंदे सिंघां दी नकल ला दिंदे आ। कहंदे लियाओ। वो भंडां नूं कहंदे वो 40-50 भंड इकट्ठे कीते, कहंदे भी बादशाह नूं सिंघां दी नकल उतार के विखाउणी है। वो कहण लगे बई औखी गल है, ते बादशाह सलामत पहलों साडी जान माफ़ी करे फिर दिखा सकते हैं, नहीं तो इवें थोड़ा दिखा सकी दी है। सिंह बनना, नकली सिंह बनना भी किहड़ा सौखा है। वो कहंदे भी अबदाली कहण लगा भी तुहानूं बख्शिया है, जो भी तुसीं कहो असीं कुछ नहीं कहांगे। हुण फिर सिंघां वाले बाणे पाए, शस्त्र धारण कीते, ते अबदाली दे विच उत्थे ना वो साध संगत जी सिंघां दी नकल उतारन लगे। वो एक दूसरे नूं बोलदे आ, अपने अमीरां नूं पुछदा, वजीरां नूं की कहिंदे, वो अगों दसदे अनुवाद करके कहिंदे आ। वो एक सिंह उत्ते चढ़ाया है, उहनूं कहिंदे टांगू नूं, उहनूं टांगू कहा जांदा है। उहनां टांगू किहनूं कहिंदे, कहंदे जिहनूं उत्ते चढ़ा दिंदे आ ना, वो वेखदा दूर कि की हो रहा है। वो कहंदा बादशाह हुण तूं अपनी फौज नूं कह साडे ते हमला बोले। उन्होंने सिपाही तैयार किए, कोई 100-150 भी इन्हां ते हमला बोलो। जदों चढ़ के आए तो उत्ते चढ़िया वो भंड कहंदा खालसा जी टिड्डी दल आ रहा है। उन्होंने गुस्सा चढ़ के कहंदा मेरी फौज नूं, पठाणा दी फौज नूं टिड्डी दल कहंदे। वो कहंदा बादशाह असीं पहिलां ही कहा कि अज सिंघां दे बोले वरतने आ। कहंदा भी उहदी फौज नूं टिड्डी दल दसदे सी। ते जदों ने दस्सिया कि खालसा जी टिड्डी दल आ रहा है, तो एक उन्हां दा मुखिया बनिया होया भंड कहंदा खालसा जी आओ अरदास करिए। जदों अरदास कीती, वो 10 पातशाहियां दा नां लैके अरदास की। जो हमला किया तो 40-50 भंडा ने पठान ही वढ़ सिटे। बहुत ज्यादा आहूलात ते मसा वो 40-50 पठान फड़े, काबू किए। जो काबू किए अमीर वजीर भी डर गए कि बादशाह तो हुण सजा देओ। वो कहण लगा की गल तुसीं मैनू नकल करके विखा रहे सी कि ये तुसीं मेरी सिपाही फौज ही मार दी है। वो कहण लगे बादशाह सलामत बाकी सारा कुछ तो नकल ही करके दिखा रहे सन, पर अरदास असली हो गई। पता नहीं साडे अंदर सिंघां दीयां रूहां आण के वड़ गईयां। कहंदा अरदास असली हो गई, मैनू नहीं पता लगा की होया कि मैनू तां वो कहे मैं नहीं मारे। कहंदा तुसां मारे आ मेरे सिपाही। कहंदा सानू पता ही नहीं लगा की होया। इस सिੱਖੀ दी स्पिरिट दी बात कीती है साडे साध संगत जी 18वीं सदा दे ग्रंथां ने कि सिੱਖੀ दी स्पिरिट की हुंदी है। ਜਿਹੜੇ ਬੁਝਦਿਲ ਕਾਇਰ ਹਨ ਉਹਨਾਂ ਨੂੰ ਵੀ ਸਿੱਖਾਂ ਵੱਲ ਜੂਝਦਿਆਂ ਵੇਖ ਕਰਕੇ ਦਿਲ ਕਰ ਆਉਂਦਾ ਕਿ ਮੈਂ ਵੀ ਇਸ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋ ਜਾਵਾਂ। ਤੇ ਜਿਹੜੇ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਲੋਚ ਰਹੇ ਸੀ ਕਿ ਕਦੇ ਉਹ ਦਿਨ ਆਵੇ ਹਕੂਮਤ ਮੂੰਹ ਤਾਂ ਕਰਕੇ ਵੇਖੇ ਇੱਧਰ ਨੂੰ। ਤੇ ਫਿਰ ਉਹਨਾਂ ਨੇ ਜਿਹੋ ਜਿਹੇ ਪੂਰਨੇ ਪਾਏ ये चमकौर साहब की कच्ची गढ़ी नूं जो महापुरखा ने वाक कहे सी ना कि दास ने कच्ची गढ़ी का दर्शन किया है, वो फिर किया होया दर्शन साध संगत जी संसार नूं महापुरखा ने दोहरा के दिखा दिता। ते जदों कोई चारा नहीं सी चलदा, ये 5 जून की जिहड़ी रात आउणी है बहुत ज़्यादा ताबड़ तोड़ हमले बार बार कीते। ਜਿਹੜੇ ਗੋਲੇ ਸੀ ਉਹ ਮੀਂਹ ਵਾਂਗ ਵਰੇ ਹਰਮੰਦਰ ਸਾਹਿਬ ਦੇ ਉੱਪਰ। ਜਰਨਲ ਸਾਹਿਬ ਜੀ ਦਾ ਫਿਰ ਸ਼ਹੀਦ ਹੋਣਾ, ਕਿਉਂਕਿ ਜਰਨਲ ਸਾਹਿਬ ਜੀ ਨੇ ਜਿਹੜੇ ਅੰਦਰ ਸਾਧ ਸੰਗਤ ਜੀ ਉਹਨੂੰ ਓਟੀ ਸ਼ਾਇਦ ਕਹਿੰਦੇ ਆ, ਉਹ ਲੜਦਾ ਨਹੀਂ, ਉਹ ਖਬਰ ਦਿੰਦਾ ਹੈ ਕਿ ਮੋਰਚਾ ਕਿੱਥੇ ਹੈ, ਕਿੱਥੋਂ ਗੋਲੀ ਆ ਰਹੀ ਹੈ। ਜਰਨਲ ਸਾਹਿਬ ਨੇ ਉਹ ਵੀ ਪਕੜ ਲਿਆ ਸੀ ਅੰਦਰ। ਉਹਦੇ ਵਾਇਰਲੈਸ ਸੈੱਟ ਤੋਂ ਉਹਨੂੰ ਵਰਤਿਆ ਗਿਆ। ਉਹਦੀਆਂ ਜਿਹੜੀਆਂ ਫ੍ਰੀਕੁਐਂਸੀਆਂ ਸੀ ਉਹਨਾਂ ਨੂੰ ਪਕੜ ਕਰਕੇ ਕਿਹਾ ਕਿ ਤਾਂ ਸਾਡਾ ਓਟੀ ਪਕੜਿਆ ਗਿਆ। ਉਹਨਾਂ ਨੂੰ ਪਤਾ ਲੱਗ ਗਿਆ ਬਾਹਰ। ਜਰਨਲ ਸਾਹਿਬ ਨੇ ਜਿਸ ਤਰੀਕੇ ਨਾਲ ਲੜਾਈ ਨੂੰ ਲੜਿਆ, ਬਹੁਤ ਜ਼ਿਆਦਾ ਫੌਜ ਨੂੰ ਮੂੰਹ ਦੀ ਖਾਣੀ ਪਈ। ਉਹਨਾਂ ਨੂੰ ਪਤਾ ਲੱਗਿਆ ਕਿ ਜੇ ਕੋਈ ਸਿੱਖ ਜਰਨੈਲ ਉਹਦੀ ਬੇਇੱਜ਼ਤੀ ਕਰਦੇ ਆ ਤੇ ਉਹ ਜੋ ਧਰਮ ਤੇ ਅਣਖ ਦੀ ਖਾਤਰ ਲੜਦਾ ਤੇ ਕਿਹੋ ਜਿਹਾ ਜਵਾਬ ਦੇ ਸਕਦਾ ਹੈ। ਜਦੋਂ ਜਰਨਲ ਸਾਹਿਬ ਜੀ ਪੌੜੀਆਂ ਦੇ ਵਿੱਚ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੌੜੀਆਂ ਉਤਰਦੀਆਂ, ਇੱਥੇ ਆਪ ਜੀ ਦੇ ਬਰਸ਼ਟ ਵੱਜਾ ਸੀ। ਤੇ ਜਦੋਂ ਕੁਝ ਸਵਾਸ ਸਨ, ਜਦੋਂ ਮਹਾਂਪੁਰਖਾਂ ਨੇ ਫਿਰ ਸਿੰਘਾਂ ਨੂੰ ਆਖਿਆ ਤੇ ਜਰਨਲ ਸਾਹਿਬ ਦੇ ਸਰੀਰ ਨੂੰ ਤਹਿਖਾਨੇ ਵਿੱਚ ਲਿਜਾਇਆ ਗਿਆ,
ਤਹਿਖਾਨੇ ਵਿੱਚ ਮਹਾਂਪੁਰਖਾਂ ਨੂੰ, ਉਹਨਾਂ ਦੀ ਗੋਦ ਵਿੱਚ ਮਹਾਂਪੁਰਖਾਂ ਦੀ ਗੋਦ ਵਿੱਚ ਜਰਨਲ ਸਾਹਿਬ ਨੇ ਸ਼ਹੀਦੀ ਪਾਈ ਹੈ। ਉਹਨਾਂ ਦਾ ਸੀਸ ਆਪਣੇ ਪੱਟ ਤੇ ਰੱਖ ਕੇ ਕਿਹਾ ਸੀ ਕੋਈ ਖਾਹਿਸ਼ ਹੋਵੇ, ਕਹਿੰਦੇ ਨਹੀਂ, ਬਹੁਤ ਨਿਰੰਕਾਰ ਨੇ ਕਿਰਪਾ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਨੇ ਮੈਨੂੰ ਸਰੋਪਾਓ ਦੇ ਕੇ ਨਵਾਜਿਆ। ਇਸ ਤੋਂ ਵੱਡਾ ਥਾਂ ਹੋਰ ਸ਼ਹਾਦਤ ਦਾ ਕਿਹੜਾ ਹੋ ਸਕਦਾ ਸੀ। ਇਹ ਸੱਚੇ ਪਾਤਸ਼ਾਹ ਨੇ ਮੇਰੀ ਸੇਵਾ ਜਿਹੜੀ ਹੈ ਕਬੂਲ ਕਰ ਲਈ ਹੈ। ਮਹਾਂਪੁਰਖਾਂ ਨੇ ਉਹਨਾਂ ਨੂੰ ਜਦੋਂ ਸ਼ਹੀਦ ਹੋਏ ਹੈ ਅੱਖਾਂ ਆਪ ਬੰਦ ਕੀਤੀਆਂ ਤੇ ਕੀਰਤਨ ਸੋਹਿਲੇ ਦਾ ਪਾਠ ਮਹਾਂਪੁਰਖਾਂ ਨੇ ਆਪ ਕੀਤਾ। ਉਹਨਾਂ ਦਾ ਜਿਹੜਾ ਸੀ ਆਪਣੇ ਚਾਦਰੇ ਦੇ ਨਾਲ ਉਹਨਾਂ ਨੇ ਸਰੀਰ ਢੱਕ ਦਿੱਤਾ। ਉਸ ਰਾਤ ਅੱਗੇ ਕੀ ਫਿਰ ਇਹ ਜਿਹੜੀ 5 ਜੂਨ ਦੀ ਰਾਤ ਤੇ ਸਵੇਰੇ 6 ਜੂਨ ਦਾ ਜਿਹੜਾ ਦਿਨ ਚੜ੍ਹਦਾ ਹੈ, ਬਾਬਾ ਥਾਰਾ ਸਿੰਘ ਸਾਹਿਬ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਬਹੁਤ ਐਸੇ ਸਿੰਘ, ਤੇ ਤੁਸੀਂ ਮਨ ਵਿੱਚ ਅੰਦਾਜ਼ਾ ਨਹੀਂ ਲਾ ਸਕਦੇ ਕਿ ਬਾਹਰ ਮੌਤ ਨਾਚ ਨੱਚ ਰਹੀ ਹੈ ਤੇ ਸਿੰਘ ਅੰਦਰ ਹੱਸ ਖੇਡ ਰਹੇ ਸੀ। ਤੇ ਉਹਨਾਂ ਨੂੰ ਪਤਾ ਸੀ ਕਿ ਦਿਨ ਚੜ੍ਹਦੇ ਨੂੰ ਅਸੀਂ ਸ਼ਹੀਦ ਹੋਣਾ ਹੈ। ਬੜੀਆਂ ਇਹੋ ਜਿਹੀਆਂ ਵਾਰਤਾਂ ਲਾਭਾਂ ਨੇ ਉਹਨਾਂ ਦਾ। ਮੈਂ ਕੱਲ ਦੇ ਦੀਵਾਨ ਵਿੱਚ, ਕੱਲ 6 ਜੂਨ ਦਾ ਦਿਨ, ਮੈਂ ਕੱਲ ਦੀ ਕਥਾ ਜੂਨ 1984 ਦੇ ਇਸੇ ਘੱਲੂਘਾਰੇ ਨੂੰ ਸਮਰਪਿਤ ਹੋਵੇਗੀ। ਆਪਾਂ ਸ਼ਹੀਦਾਂ ਦੀ ਦਾਸਤਾਨ ਨੂੰ ਭੁੱਲਣਾ ਨਹੀਂ ਚਾਹੀਦਾ। ਜਿਹੜੀ ਕੌਮ ਆਪਣੇ ਡੁੱਲੇ ਹੋਏ ਸ਼ਹੀਦਾਂ ਦੇ ਖੂਨ ਨੂੰ ਭੁੱਲ ਜਾਂਦੀ ਹੈ, ਉਹਦੇ ਅੰਦਰ ਸਾਧ ਸੰਗਤ ਜੀ ਫਿਰ ਅਣਖ ਤੇ ਗੈਰਤ ਨਹੀਂ ਰਹਿੰਦੀ ਹੈ। ਆਪਣੇ ਢੱਠੇ ਹੋਏ ਅਕਾਲ ਤਖਤ ਸਾਹਿਬ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਕਦੇ ਫਿਰ ਉਹ ਸਮਾਂ ਆਇਆ ਜਦੋਂ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਜੀ ਨੇ, ਇਹ ਬੜੇ ਜ਼ਿਕਰ ਆਉਂਦੇ ਆ ਸਾਧ ਸੰਗਤ ਜੀ, ਕਿਹੋ ਜੀ ਭਾਵੇਂ ਉਹ ਜ਼ਿੰਦਗੀ ਬਤੀਤ ਕਰਦੇ ਸਨ ਕਿ ਨੌਕਰੀ ਕਰਦੇ ਸਨ, ਐਡੀ ਭਾਵੇਂ ਸਿੱਖੀ ਵਾਲੀ ਸਪਿਰਿਟ ਨਹੀਂ ਸੀ, ਪਰ ਢੱਠਿਆ ਹੋਇਆ ਅਕਾਲ ਤਖਤ ਸਾਹਿਬ ਵੇਖ ਕਰਕੇ ਹਰੇਕ ਦੇ ਅੰਦਰ ਸਿੱਖੀ ਜਾਗ ਪਈ ਸੀ। ਬਾਹਰਲੇ ਦੇਸ਼ਾਂ ਦੇ ਅੰਦਰ ਗੁਰਦੁਆਰੇ ਸਾਹਿਬਾਂ ਦੇ ਪ੍ਰਧਾਨ ਵੀ ਮੋਨੇ ਕੋਨੇ ਹੁੰਦੇ ਸੀ। ਜੂਨ 1984 ਦੇ ਸਾਕੇ ਤੋਂ ਬਾਅਦ ਬਹੁਤ ਸਿੱਖੀ ਪ੍ਰਫੁੱਲਤ ਹੋਈ ਹੈ। ਕੈਨੇਡਾ ਦੇ ਕੁਝ ਸਿੰਘ ਸੀ ਅੰਮ੍ਰਿਤਧਾਰੀ, ਹੁਣ ਤਾਂ ਬਾਣੀ ਪੜ੍ਹਦੇ ਆ। ਉਹਨਾਂ ਨੇ ਮੈਨੂੰ ਬਚਨ ਦੱਸਿਆ, ਕਹਿੰਦੇ ਅਸੀਂ ਸ਼ਰਾਬ ਪੀਂਦੇ ਸਾਂ ਤੇ ਪੱਬ ਵਿੱਚ ਬੈਠੇ ਸ਼ਰਾਬ ਪੀ ਰਹੇ ਸਾਂ, ਤੇ ਕਹਿੰਦੇ ਕਿਸੇ ਨੂੰ ਸਾਡੇ ਬਾਰੇ ਪਤਾ ਸੀ ਕਿ ਸਿੱਖ ਨੇ, ਕਹਿੰਦਾ ਭਾਵੇਂ ਸਿਰੋਂ ਮੋਨੇ ਹੀ ਸਾਂ ਪਰ ਸਾਡਾ ਪਤਾ ਸੀ ਕਿ ਸਿੱਖ ਨੇ। ਕਹਿੰਦੇ ਸ਼ਰਾਬ ਦੀ ਬੋਤਲ ਸਾਹਮਣੇ ਪਈ ਸੀ ਤੇ ਬੈਠੇ ਪੈਗ ਲਾ ਰਹੇ ਸਾਂ। ਕਹਿੰਦੇ ਸਾਨੂੰ ਉਹਨੇ ਤਾਨਾ ਮਾਰਿਆ ਕਿ ਉਹ ਤੁਹਾਨੂੰ ਅਜੇ ਵੀ ਸ਼ਰਾਬ ਸੁੱਝ ਰਹੀ ਹੈ, ਤੁਹਾਨੂੰ ਆਪ ਦਾ ਸੱਚਖੰਡ ਹਰਮੰਦਰ ਸਾਹਿਬ ਨਹੀਂ ਇਹਦੇ ਵਿੱਚ ਦੀ ਦਿਸਦਾ। ਕਹਿੰਦੇ ਉਸੇ ਸਮੇਂ ਮੇਰਾ ਇਹੋ ਜਿਹਾ ਮਨ ਬਰਾਗੀ ਹੋਇਆ, ਮਨ ਰੋ ਪਿਆ ਕਿ ਮਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹੋਇਆ ਹੋਵੇ ਹਮਲਾ ਤੇ ਤੂੰ ਆਪਦੇ ਆਪ ਨੂੰ ਸਿੱਖ ਕਹਾਉਣਾ, ਵੇਖ ਗੈਰ ਸਿੱਖ ਨੇ ਕਿੰਨਾ ਤੈਨੂੰ ਤਾਨਾ ਮਾਰਿਆ। ਬੜੀ ਸਿੱਖੀ ਪ੍ਰਫੁੱਲਤ ਹੋਈ। ਜੇ ਇੰਗਲੈਂਡ ਦੇ ਵਿੱਚ ਉਸ ਸਮੇਂ ਅੰਬੈਸੀਆਂ ਦੇ ਸਾਹਮਣੇ ਵਿਖਾਵੇ ਹੋਏ ਸੀ, ਉਹ ਸਾਧ ਸੰਗਤ ਜੀ ਵੀਡੀਓ ਰਿਕਾਰਡਿੰਗਾਂ ਹਨ, ਮੈਂ ਵੇਖੀਆਂ ਨੇ, ਤੇ ਉਹ ਦਿਖਾਵਾਕਾਰੀ ਜਿਹੜੇ ਸਿੱਖ, ਉਹਨਾਂ ਵਿੱਚੋਂ ਕੋਈ ਵੀ ਦਸਤਾਰਧਾਰੀ ਨਹੀਂ ਹੈਗਾ। ਕੋਈ ਵਿਰਲਾ ਮਾਂਝਾ ਕੋਈ ਬਜ਼ੁਰਗ ਹੈ ਦਸਤਾਰ ਬੰਨੀ ਵਾਲਾ, ਤੇ ਉਹ ਸਾਰੇ ਹੀ ਮੋਨੇ ਆ, ਤੇ ਅੱਖਾਂ ਚ ਉਹਨਾਂ ਦੇ ਅਥਰੂ ਹੈ ਤੇ ਅੰਬੈਸੀਆਂ ਨੂੰ ਪੱਥਰ ਮਾਰਦੇ ਆ, ਤੇ ਇਹ ਰੋਸ ਮੁਜ਼ਾਹਰਾ ਕਰ ਰਹੇ ਆ ਕਿ ਸਾਡੇ ਸੱਚਖੰਡ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕਿਉਂ ਹੋਇਆ। ਇਹ ਉਹਨਾਂ ਦੇ ਅਥਰੂ ਦੱਸਦੇ ਆ ਕਿ ਉਹਨਾਂ ਦੇ ਅੰਦਰ ਸਿੱਖੀ ਮਰੀ ਨਹੀਂ। ਭਾਵੇਂ ਕਿ ਬਾਹਰੋਂ ਗਿੱਦੜ ਦਾ ਰੂਪ ਧਾਰਨ ਕੀਤਾ ਹੋਇਆ ਸੀ, ਪਰ ਜਦੋਂ ਸਿੱਖੀ ਤੇ ਅਣਖ ਦੀ ਗੈਰਤ ਨੂੰ ਹੱਥ ਪਾਇਆ, ਫਿਰ ਬੱਬਰ ਸ਼ੇਰਾਂ ਵਾਲਾ ਰੂਪ ਸਾਹਮਣੇ ਬਾਹਰ ਆ ਗਿਆ। ਉਹਨਾਂ ਨੇ ਆਪ ਦੇ ਕੇਸ ਨਹੀਂ ਕਤਲ ਕੀਤੇ, ਫਿਰ ਸਿੱਖੀ ਨੂੰ ਧਾਰਨ ਕੀਤਾ, ਅੰਮ੍ਰਿਤ ਛਕਿਆ। ਇਹ ਸਾਧ ਸੰਗਤ ਜੀ ਬਹੁਤ ਵੱਡਾ ਪ੍ਰਚਾਰ ਹੋਇਆ। ਤੇ ਮਹਾਂਪੁਰਖਾਂ ਦੇ ਵੀ ਇਹ ਬੋਲ ਸੀ ਕਿ ਜੇ ਸਰਕਾਰ ਨੇ ਇੱਥੇ ਹਰਮੰਦਰ ਸਾਹਿਬ ਦੇ ਉੱਤੇ ਚੜ੍ਹਾਈ ਕੀਤੀ, ਜਿਹੜਾ ਪ੍ਰਚਾਰ ਮੈਂ ਸਾਰੀ ਜ਼ਿੰਦਗੀ ਨਹੀਂ ਕਰ ਸਕਣਾ, ਉਹ ਕੁਝ ਹੀ ਦਿਨਾਂ 'ਚ ਹੋ ਜਾਵੇਗਾ। ਉਹ ਕੁਝ ਵਾਪਰਿਆ। ਫਿਰ ਜੇ ਮਹਾਂਪੁਰਖਾਂ ਦੇ ਕਹੇ ਹੋਏ ਵਾਕ ਸਨ, ਉਹਨਾਂ ਦੇ ਬੋਲ ਨੇ ਅਜੇ ਵੀ ਨੱਟ ਤੇ ਪਏ ਹੋਏ ਆ ਕਿ ਇਸ ਹਕੂਮਤ ਨੇ ਮੁਗਲਿਆ ਹਕੂਮਤ ਨੂੰ ਮਾਤ ਪਾ ਦਿੱਤੀ ਹੈ ਜ਼ੁਲਮ ਦੇ ਅੰਦਰ। ਤੇ ਕੋਈ ਵੀ ਸਿੱਖ ਹੁਣ ਜਿਹੜਾ ਹਰਮੰਦਰ ਸਾਹਿਬ ਜੀ ਤੇ ਉੱਤੇ ਹੋਏ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿਓ। ਇਹ ਮਹਾਂਪੁਰਖਾਂ ਨੇ ਵਾਕ ਕਹੇ ਸੀ ਤੇ ਬਚਨ ਕਹੇ ਸੀ ਕਿ ਜਿਸ ਦਿਨ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ, ਹਕੂਮਤ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਬੋਲਿਆ, ਮੈਂ ਖਾਲਿਸਤਾਨ ਮੰਗਦਾ ਨਹੀਂ,
पर यह नींह पत्थर खुद सरकार रख देगी खालिस्तान का, ते ये खुद उन्होंने नहीं रख दिता। क्यों? इस देश के वासी सिख रहिंदे होए अज भी कहते हैं कि सानू गुलामां वर्गा एहसास कराया जाता है, क्योंकि सिखी प्रफुल्लित नहीं होण दिंदे, दाड़े नूं वेखना नहीं चाहुंदे। सिखी स्वरूप नाल अज भी नफरत की जाती है, सिखां नूं गैर समझिया जाता है, जराम पेशा समझिया जाता है। ते जो कुछ इस घल्लूघारे दे अंदर साध संगत जी वापरदा है, फिर जरनल साहब जी दी जिहड़ी मृतक देह है, शहीद होया शरीर, उन्होंने किवें ये कढदे आ बाहर, ते ओ कल नूं मैं बचन आप नाल सांझे करांगा। सच्चे पातशाह जी महाराज सानू समत देण, असीं जो साडे नाल वापरिया, जो साडे शहीदां ने ये एडा शाना मता इतिहास सिरजिया, उन्होंने साध संगत जी असीं याद रखीए, बाणी पढ़िया करिए। सच्चे पातशाह धन गुरु गोबिंद सिंह साहब जी महाराज दे दर्शाए हुए मार्ग ते चल के आपदा जीवन सफला करिए। जिंदगी बहुत लम्मी नहीं हुंदी, ये तो वाहिगुरू ने जिन्ने सवास दिते आ उन्ने ही जीव ने भोगने आ। महाराज दे कहे हुए वाक ने, धन जियो तिह को जग में, मुख ते हर चित में युद्ध विचारै, देह अनित ना नित रहै, जस नाव चढ़ै भव सागर तारै। ये सतगुरु जी दे कहे हुए बोल ने, जे जीवन नूं धन बनाउणा ते मुख ते वाहिगुरू वाहिगुरू जाप होवे, ते चित दे अंदर धर्म युद्ध दी लालसा होवे कि धर्म वास्ते किते मेरा शरीर ये लेखे लग जावे। तो सच्चे पातशाह जी महाराज सानू ये अपनी कृपा करके बाणी दा उपदेश, नाम दा किणका बख्शिश करन, ताकि असीं आपदा जीवन सिखी असूलां मुताबक जी सकीए। जो सतगुरु जी दी पवित्र बाणी दी कथा चल रही है, अज श्री अखंड पाठ साहब जी दे भोग दी समाप्ति नहीं है, तो इस करके 10-15 मिनट उत्ते वध लग जाणगे। तो सतगुरु जी जिवें महाराज बख्शिश कर रहे है, ये शब्द साध संगत जी महाराज जी ने सरेवड़ियां दे मुनाफिक देश दे अंदर उचारण कीता, ते सतगुरां जी ने सरेवड़ियां दे कर्म इस शब्द दे अंदर महाराज दसे सच्चे पातशाह ने। ते इस दे अज अंतरीव अर्थ जिहड़े हन वो साध संगत जी आपां सरवण करांगे। महाराज सच्चे पातशाह जी हजूर मन दे प्रथाएं महाराज सिक्ख्या दिंदे आ, उपदेश दिंदे आ। तो एकाग्रता नाल प्रेम नाल आप सरवण करो। महाराज जी दे चरनां दा ध्यान करदे होए आखो जी सतनाम श्री वाहे गुरु साहिब जी, सतनाम श्री वाहे गुरु साहिब जी। सतनाम श्री वाहे गुरु जी। सलोक महला पहला। धन गुरु नानक साहब जी महाराज आपदे श्री कंठ तो महाराज जी पवित्र श्लोक उचारण करते हैं। सिर खुहाए पियह मलवाणी। महाराज जी मन दे प्रथाएं हुण सिक्ख्या दिंदे आ सानू सच्चे पातशाह जी। महाराज कहंदे भाई जिन्हां ने अपने अंतशकरण रूपी सिर तो शुभ गुणा रूपी केसां नूं खो ही छड्डिया है, कोई शुभ गुण धारण नहीं कीता, ते पीवह मलवाणी मैल वाला पानी की अविद्या रूपी पानी। महाराज साहब जी कहंदे भाई अविद्या रूपी पानी जिहड़ा है वह पींदे आ, अविद्या ही धारण कर छड्डी आ। झूठा मंग मंग खाहे। फिर साध संगत जी झूठा की झूठ बोल बोल के ते मंग मंग के खांदे है। अथवा जिहड़ा झूठा है ना, महाराज सच्चे पातशाह जी कहंदे ने मन का सूतक लोभ है, जिहबा सूतक कूड़, अखी सूतक वेखना, पर त्रै पर धन रूप। ये झूठा खांदा है। महाराज कहंदे मन ये झूठ खा रहा है, अखां पराई इस्त्री दा रूप वेखण रूप झूठ खा रहीआं हन। सच्चे पातशाह जी कहंदे मन लोभ रूपी झूठ नूं खा रहा है। कन चुगलियां रूपी झूठ जिहड़ी है वह निंदा रूपी सुनन रूपी जिहड़ी है झूठ वो खा रहा है। इउं महाराज कहंदे भाई झूठां जिहड़ियां हन ये लगदियां हन मन नूं,
ਇਹ ਖਾਈ ਜਾਂਦਾ ਹੈ ਬਾਰ-ਬਾਰ ਇਹ ਜੂਠਾਂ ਦੇ ਤਾਈਂ। ਫੋਲ ਫਦੀਹਤ ਮੋਹ ਲੈਨ ਪੜਾਸਾ। ਫਿਰ ਸਾਧ ਸੰਗਤ ਜੀ ਫਾਰਸੀ ਦੇ ਅੰਦਰ ਫਦੀਹਤ ਵਿਕਾਰ ਚੀਜ਼ ਨੂੰ ਕਿਹਾ ਜਾਂਦਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਪਹਿਲਾ ਅਰਥ ਤਾਂ ਆਪਾਂ ਸੁਣਿਆ ਸੀ ਨਾ ਗੰਦਗੀ। ਮਹਾਰਾਜ ਕਹਿੰਦੇ ਆ ਕਿ ਭਾਈ ਫੋਲ ਫਦੀਹਤ, ਜਿਹੜੇ ਫਦੀਹਤ ਵਿਕਾਰ ਹਨ ਨਾ, ਵਿਕਾਰ ਦੀ ਤਰ੍ਹਾਂ ਹੀ ਹੈ ਇਹ ਵਿਕਾਰ ਵਿਸ਼ੇ। ਮਹਾਰਾਜ ਕਹਿੰਦੇ ਵਿਸ਼ਿਆਂ ਰੂਪੀ ਗੰਦਗੀ ਨੂੰ ਨਾ ਬਿਰਤੀ ਰੂਪੀ ਸੋਟੀ ਨਾਲ ਸਦਾ ਹੀ ਫੁਰਨਿਆਂ ਰੂਪੀ ਲੈ ਕਰਕੇ ਫਰੋਲਦਾ ਰਹਿੰਦਾ ਹੈ। ਬਿਰਤੀ ਰੂਪੀ ਸੋਟੀ ਨਾਲ ਵਿਸ਼ਿਆਂ ਵਿਕਾਰਾਂ ਰੂਪੀ ਗੰਦਗੀ ਨੂੰ ਫੋਲਦਾ ਰਹਿੰਦਾ ਹੈ। ਤੇ ਇਸ ਪ੍ਰਕਾਰ ਅੰਤਸ਼ਕਰਨ ਰੂਪੀ ਮੂੰਹ ਦੇ ਉੱਤੇ ਫਿਰ ਗੰਦੀ ਭੜਾਸ ਲੈਣ ਕੀ ਇਹਨਾਂ ਨੂੰ ਭੋਗਣ ਵਿੱਚ ਹੀ ਚਿੱਤ ਲੱਗਾ ਰਹਿੰਦਾ ਹੈ। ਪਾਣੇ ਦੇਖ ਸੰਗਾਹੇ। ਤੇ ਸਤ ਸੰਗਤ ਰੂਪੀ ਪਾਣੀ ਨੂੰ ਵੇਖ ਕਰਕੇ ਇਹ ਮਨ ਜਿਹੜਾ ਨਾ ਬੇਮੁਖ ਸੰਗਦਾ ਹੈ। ਸੰਗਤ ਵਿੱਚ ਆਉਣਾ ਇਹਨੂੰ ਚੰਗਾ ਨਹੀਂ ਲੱਗਦਾ। ਭੇਡਾਂ ਵਾਂਗੇ ਸਿਰ ਖੁਹਾਇਨ। ਭੇਡਾਂ ਵਾਂਗੀ, ਭੇਡਾਂ ਵਰਗੀ ਇਹਨਾਂ ਦੀ ਹਾਲਤ ਹੈ ਸਾਧ ਸੰਗਤ ਜੀ। ਮਹਾਰਾਜ ਜੀ ਨੇ ਪ੍ਰਤੱਖ ਕਿਹਾ ਹੈ ਕਿ ਬਿਨਾ ਸ਼ਸਤਰ ਕੇ ਸੰਗ ਨਰਨ ਭੇਡ ਜਾਨੋ, ਗਹਿ ਕਾਨ ਤਾਕੋ ਕਿਤੈ ਲੈ ਸਿਧਾਨੋ। ਇਹ ਹੈ ਮੋਰ ਆਗਿਆ ਸੁਨੋ ਹੈ ਪਿਆਰੇ, ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦਿਦਾਰੇ। ਜਿਹਦੇ ਕੋਲ ਸਾਧ ਸੰਗਤ ਜੀ ਸ਼ਸਤਰ ਨਹੀਂ, ਕੇਸ ਨਹੀਂ, ਉਹ ਭੇਡਾਂ ਵਰਗਾ ਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ। ਭੇਡ ਕੀ ਹੁੰਦੀ ਹੈ? ਬੁਝਦਿਲ ਹੁੰਦੀ ਹੈ। ਸ਼ੇਰ ਕੀ ਹੈ ਸਾਧ ਸੰਗਤ ਜੀ? ਉਹਨੂੰ ਦਲੇਰ ਮੰਨਿਆ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਭੇਡਾਂ ਵਰਗੇ ਉਹਨਾਂ ਦੇ ਜੀਵਨ ਹੋ ਜਾਂਦੇ ਐ ਜਿਨ੍ਹਾਂ ਨੇ ਆਪਣੇ ਅੰਤਸ਼ਕਰਨ ਰੂਪੀ ਸਿਰ ਤੋਂ ਸੁਭ ਗੁਣਾ ਰੂਪੀ ਕੇਸਾਂ ਨੂੰ ਖੋਹ ਛੱਡਿਆ ਹੈ, ਪੁੱਟ ਛੱਡੇ ਹੈ, ਸੁਭ ਗੁਣ ਧਾਰਨ ਨਹੀਂ ਕੀਤੇ। ਮਹਾਰਾਜ ਕਹਿੰਦੇ ਉਹਨਾਂ ਦੀ ਇਹ ਹਾਲਤ ਹੁੰਦੀ ਹੈ। ਭੇਡਾਂ ਵਰਗੇ ਕਾਇਰ ਜੀਵਨ ਜਿਹੜੇ ਉਹਨਾਂ ਦੇ ਹੋ ਜਾਂਦੇ। ਮਨ ਕਾਇਰ ਹੀ ਹੁੰਦਾ ਹੈ ਭੇਡਾਂ ਵਰਗਾ, ਕੁਰਬਾਨੀ ਨਹੀਂ ਕਰ ਸਕਦੇ। ਭਰੀਨ ਹੱਥ ਸੁਆਹੇ। ਮਨ ਰੂਪੀ ਜਿਹੜੇ ਹੱਥ ਵੈ ਨਾ, ਸੰਕਲਪ, ਮਨ ਦੇ ਸੰਕਲਪ ਵਿਕਲ ਰੂਪੀ ਹੱਥ ਹੈ, ਉਹ ਵਿਸ਼ਿਆਂ ਵਿਕਾਰਾਂ ਰੂਪੀ ਸਵਾਹ ਨਾਲ ਹੀ ਭਰੇ ਰਹਿੰਦੇ। ਹਰ ਵੇਲੇ ਜਦੋਂ ਫੁਰਨਾ ਕਰਦੇ ਵਿਕਾਰ ਦਾ ਹੀ ਕਰਦੇ, ਜਦੋਂ ਸੰਕਲਪ ਉੱਠਦਾ ਹੈ ਵਿਸ਼ਿਆਂ ਦਾ ਹੀ ਉੱਠਦਾ ਹੈ। ਵਿਸ਼ਿਆਂ ਵਿਕਾਰਾਂ ਰੂਪੀ ਸਵਾਹ ਨਾਲ ਮਹਾਰਾਜ ਕਹਿੰਦੇ ਹੱਥ ਭਾਈ ਉਹ ਜਿਹੜੇ ਹਨ ਸੰਕਲਪ ਵਿਕਲਪ ਰੂਪੀ ਭਰੇ ਹੀ ਰਹਿੰਦੇ ਆ। ਮਾਓ ਪਿਓ ਕਿਰਤ ਗਵਾਇਨ। ਜਿਹੜੀ ਮਤ ਮਾਤਾ ਸੰਤੋਖ ਪਿਤਾ, ਇਹ ਸਾਧ ਸੰਗਤ ਜੀ ਆਤਮ ਵਿਸ਼ੈਣੀ ਜਿਹੜੀ ਮਤ ਸੀ ਨਾ, ਉਹਦੀ ਤਾਂ ਕਿਰਿਆ ਹੀ ਸ਼ੁਭ ਗਵਾ ਦਿੱਤੀ। ਸ਼ੁਭ ਕਰਮ ਖੋਸੀ ਗਏ ਕੋਲੋਂ, ਸ਼ੁਭ ਕਰਮ ਕਰਦੇ ਹੀ ਨਹੀਂ। ਤੇ ਸੰਤੋਖ ਪਿਤਾ ਸੀ ਜਿਹੜਾ, ਉਹ ਵੀ ਮਹਾਰਾਜ ਕਹਿੰਦੇ ਭਾਈ ਗਵਾ ਦਿੱਤਾ। ਸੰਤੋਖ ਧਾਰਨ ਨਹੀਂ ਕੀਤਾ ਆਪਣੇ ਅੰਦਰ। ਸ਼ੁਭ ਕਿਰਤ ਜਿਹੜੀ ਕਰਨੀ ਸੀ, ਸ਼ੁਭ ਕਰਮ ਵੀ ਗਵਾ ਲਿਆ। ਟੱਬਰ ਰੋਵਨ ਤਾਹੇ। ਜਿਹੜਾ ਦੇਵੀ ਸੰਪਦਾ ਦਾ ਅੰਦਰ ਟੱਬਰ ਪਰਿਵਾਰ ਹੈ, ਉਹ ਵੀ ਰੋਵਨ ਉਦਾਸ ਹੋ ਗਿਆ। ਧਾਹੀ ਹੋਈ, ਉੱਥੋਂ ਧਾ ਹੀ ਗਏ, ਚਲੇ ਹੀ ਗਏ। ਉਹਨਾਂ ਨੇ ਵੀ ਮਨ 'ਚ ਇਸ ਪ੍ਰਕਾਰ ਜਦੋਂ ਜੀਵ ਦੇ ਹਾਲਤ ਹੋ ਜਾਂਦੀ ਹੈ ਨਾ, ਦੇਵੀ ਗੁਣ ਫਿਰ ਸਾਧ ਸੰਗਤ ਜੀ ਕੋਈ ਨਹੀਂ ਰਹਿੰਦਾ। ਦੇਵੀ ਸੰਪਦਾ ਵੀ ਪਰਿਵਾਰ ਰੂਪ ਜੋ ਹੈ ਉਹ ਸਾਰੀ ਚਲੇ ਜਾਂਦੀ ਆ। ਉਹ ਨਾ ਪਿੰਡ ਨਾ ਪਤਲ ਕਿਰਿਆ। ਨਾ ਉਹਨਾਂ ਨੇ ਕੋਈ ਸਾਧ ਸੰਗਤ ਜੀ ਜਿਹੜਾ ਹੈ ਕਮਾਈ ਰੂਪੀ ਕੋਈ ਪਿੰਡ ਬੰਨਿਆ ਹੈ, ਨਾ ਕੋਈ ਜਿਵੇਂ ਪਤਲਾ ਮਨਸਦੇ ਆ ਨਾ ਕੋਈ ਲੰਗਰ ਦਾ ਜਿਹੜਾ ਹੈ ਪੁੰਨ ਕਰਨਾ, ਲੰਗਰ ਛਕਾਉਣਾ, ਇਹ ਵੀ ਕੋਈ ਪੁੰਨ ਨਹੀਂ ਕਰ ਸਕੇ ਹੈ। ਤੇ ਨਾ ਹੀ ਮਹਾਰਾਜ ਕਹਿੰਦੇ ਭਾਈ ਕੋਈ ਅੰਮ੍ਰਿਤ ਵੇਲੇ ਉੱਠਣ ਦੀ ਕਿਰਿਆ, ਕੋਈ ਨਾਮ ਜਪਣ ਦੀ ਕਿਰਿਆ, ਕੋਈ ਸ਼ੁਭ ਗੁਣ ਦੀ ਕੋਈ ਕਿਰਿਆ ਨਹੀਂ ਹੈ। ਨਾ ਦੀਵਾ ਮੋਏ ਕਿਥਾਉ ਪਾਹੇ। ਵਿਸ਼ਰਾਮ ਤਾਂ ਸਾਧ ਸੰਗਤ ਜੀ ਉਸ ਤਰ੍ਹਾਂ ਨਾ ਦੀਵਾ ਤੇ ਹੀ ਹੈ, ਪਰ ਜਿਹੜੀ ਹੈ ਨਾ ਜਮਕ ਲੱਗਦੀ ਹੈ ਕਿਰਿਆ ਤੇ ਇਸ ਕਰਕੇ ਅਰਥ ਸਰੋਤੇ ਨੂੰ ਸਮਝ ਪੈ ਜਾਣ। ਇਸ ਕਰਕੇ ਕਿਰਿਆ ਤੇ ਜਿਹੜਾ ਹੈ ਜਮਕ ਤੱਕ ਰੁਕ ਕੇ ਅਰਥ ਕੀਤੇ ਹੈ, ਪਰ ਵਿਸ਼ਰਾਮ ਜਿਹੜਾ ਹੈ ਨਾ ਉਹ ਨਾ ਦੀਵਾ ਤੇ ਸਮਝਣਾ, ਨਾ ਦੀਵਾ ਤੱਕ। ਫਿਰ ਪੜ੍ਹ ਦਿਓ ਪੰਕਤੀ। ਉਹ ਨਾ ਪਿੰਡ ਨਾ ਪਤਲ ਕਿਰਿਆ ਨਾ ਦੀਵਾ। ਇਹ ਸਾਧ ਸੰਗਤ ਜੀ ਜਿਹੜਾ ਹੈ ਨਾ ਮਹਾਰਾਜ ਜੀ ਨੇ ਦੱਸਿਆ ਸੀ ਨਾ, ਜਿਹੜਾ ਆਪ ਨੇ ਸਰਵਣ ਕੀਤਾ ਸੀ ਸਰੇਵੜਿਆਂ ਦੇ ਪ੍ਰਥਾਏ ਅਰਥ, ਕਿ ਨਾ ਉਹਨਾਂ ਦਾ ਕੋਈ ਦੀਵਾ ਜਗਾਉਂਦਾ ਹੈ, ਨਾ ਉਹਨਾਂ ਦੇ ਕੋਈ ਬਾਹਰੀ ਤੇਰੀ ਸਤਿਆਰੀ ਕਿਰਿਆ ਕਰਦਾ, ਨਾ ਕੋਈ ਪਤਲਾ ਮਨਸਦਾ, ਨਾ ਕੋਈ ਪਿੰਡ ਭਰਾਉਂਦਾ ਹੈ। ਇਹ ਮਹਾਰਾਜ ਕਹਿੰਦੇ ਉਹਨਾਂ ਦੀ ਹਾਲਤ ਹੈ। ਇਹ ਅੰਤਰੀਵ ਕੀ ਸਮਝਣਾ ਸਾਧ ਸੰਗਤ ਜੀ, ਕੋਈ ਜਪ ਤਪ ਰੂਪੀ ਪਿੰਡ ਨਹੀਂ ਇਹ ਮਹਾਰਾਜ ਕਹਿੰਦੇ ਜੀਵ ਨੇ ਬੰਨਿਆ। ਤੇ ਫਿਰ ਕੋਈ ਲੰਗਰ ਰੂਪੀ ਉਪਕਾਰ ਵੀ ਨਹੀਂ ਹੈ ਕਰਦਾ। ਅੰਮ੍ਰਿਤ ਵੇਲੇ ਉੱਠਣ ਦੀ ਕੋਈ ਸ਼ੁਭ ਕਿਰਿਆ ਵੀ ਹੈ ਨਹੀਂ, ਤੇ ਨਾ ਹੀ ਮਹਾਰਾਜ ਕਹਿੰਦੇ ਇਹਨੇ ਸ਼ਬਦ ਰੂਪੀ ਦੀਵਾ ਹੀ ਅੰਦਰ ਜਗਾਇਆ ਹੈ।
ਚਾਹੀਦਾ ਨਾ ਕਿ ਅੰਦਰ ਦੀਵਾ ਜਗਾਉਂਦਾ ਸ਼ਬਦ ਦਾ, ਤੇ ਸ਼ਬਦ ਦਾ ਦੀਵਾ ਜਗਾਉਣ ਨਾਲ ਤੇ ਫਿਰ ਅੰਦਰੋਂ ਅੰਧਕਾਰ ਮਿਟਦਾ। ਮਹਾਰਾਜ ਕਹਿੰਦੇ ਉਹ ਸ਼ਬਦ ਦਾ ਦੀਵਾ ਵੀ ਭਾਈ ਨਹੀਂ ਜਗਾ ਸਕਿਆ। ਮੋਏ ਕਿਥਾਉ ਪਾਹੇ, ਤੇ ਮਰ ਕੇ ਫਿਰ ਕਿੱਥੇ ਪੈਣਾ? ਨਰਕਾਂ 'ਚ ਪੈਣਾ। ਇਹੋ ਜਿਹੇ ਜੀਵ ਨੇ ਜਿਹੜਾ ਸਾਧ ਸੰਗਤ ਜੀ ਮਨ ਦੇ ਅੰਦਰ ਕੋਈ ਸ਼ੁਭ ਗੁਣ ਧਾਰਨੀ ਨਹੀਂ ਕਰ ਸਕਿਆ। ਇਹੋ ਜਿਹੇ ਜੀਵ ਮਹਾਰਾਜ ਕਹਿੰਦੇ ਮਰ ਕੇ ਭਾਈ ਫਿਰ ਨਰਕਾਂ 'ਚ ਪੈਂਦੇ ਆ। 68 ਤੀਰਥ ਦਿਨ ਨਾ ਢੋਏ, 68 ਤੀਰਥਾਂ ਦਾ ਪੁੰਨ ਕਿੱਥੇ ਲੱਗਦਾ ਹੈ? ਗੁਰੂ ਕੀ ਸਾਧ ਸੰਗਤ ਵਿੱਚ। ਜਿੱਥੇ ਮਹਾਰਾਜ ਨੇ ਕਿਹਾ ਕਿ 68 ਤੀਰਥ ਵੀ ਆ ਕੇ ਵਾਸ ਕਰਦੇ ਆ, ਉਹ ਸਾਧ ਸੰਗਤ ਜੀ ਸੰਗਤ ਵਿੱਚ ਵੀ ਉਹਨਾਂ ਨੂੰ ਜਿੱਥੇ 68 ਤੀਰਥ ਵੀ ਵੇਖੋ ਆ ਕੇ ਵਾਸ ਕਰਦੇ ਆ, ਉਹ ਸਤ ਸੰਗਤ ਦੇ ਅੰਦਰ ਜਿੱਥੇ 68 ਤੀਰਥਾਂ ਦਾ ਪੁੰਨ ਲੱਗਦਾ ਉੱਥੇ ਵੀ ਇਹਨਾਂ ਨੂੰ ਢੋਈ ਨਹੀਂ ਮਿਲਦੀ। ਬਹਿੰਦਾ ਹੀ ਨਹੀਂ, ਮਨ ਇਹੋ ਜਿਹਾ ਬਕਾਰੀ ਹੋ ਜਾਂਦਾ ਹੈ। ਸੰਗਤ ਵਿੱਚੋਂ ਵੀ ਉੱਠ ਕੇ ਚਲੇ ਜਾਂਦੇ ਆ, ਕਹਿੰਦੇ ਇੱਥੇ ਵਿਹਲਿਆਂ ਦਾ ਕੰਮ ਹੈ, ਇੱਥੇ ਬਹਿ ਕੇ ਕੀ ਕਰਨਾ ਹੈ। ਕਥਾ ਕੀਰਤਨ ਸੁਣਨ ਵਿੱਚ ਮਨ ਨਹੀਂ ਲੱਗਦਾ, ਇੱਥੇ ਵੀ ਢੋਈ ਨਹੀਂ ਮਿਲਦੀ ਹੈ। ਬ੍ਰਾਹਮਣ ਅੰਨ ਨਾ ਖਾਹੇ, ਬ੍ਰਾਹਮਣ ਤੋਂ ਕੀ ਹੈ? ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਦਾ ਅੰਨ ਕੀ ਹੁੰਦਾ? ਗਿਆਨ। ਉਹ ਸਾਧ ਸੰਗਤ ਜੀ ਗਿਆਨ ਰੂਪੀ ਭੋਜਨ ਕਦੇ ਖਾਂਦੇ ਹੀ ਨਹੀਂ, ਅਗਿਆਨ 'ਚ ਹੀ ਤੁਰੇ ਫਿਰਦੇ ਆ, ਗਿਆਨ ਰੂਪੀ ਭੋਜਨ ਨੂੰ ਕਦੇ ਨਹੀਂ ਖਾਂਦੇ ਹਨ। ਸਦਾ ਕੁਚੇਲ ਰਹੇ ਦਿਨ ਰਾਤੇ, ਰਾਤ ਦਿਨ ਹੀ ਮੈਲੀ ਇੱਛਾ ਵਾਲੇ ਰਹਿੰਦੇ ਆ। ਰਾਤ ਵੀ ਫੁਰਨੇ ਗੰਦੇ ਤੇ ਦਿਨੇ ਵੀ ਖਿਆਲ ਗੰਦੇ ਹੀ, ਕਰਮ ਵੀ ਭੈੜੇ ਤੇ ਰਾਤ ਨੂੰ ਫੁਰਨੇ ਵੀ ਮਾੜੇ। ਇਉਂ ਰਾਤ ਦਿਨ ਹੀ ਮਹਾਰਾਜ ਕਹਿੰਦੇ ਕੁਚੀਲ ਰਹਿੰਦੇ ਆ, ਵਕਾਰਾਂ ਵਾਲੀ ਇੱਛਾ ਵਾਲਾ ਮਨ ਰਹਿੰਦਾ ਏ। ਮੱਥਾ ਟਿਕੇ ਨਾਹੇ, ਤੇ ਮੱਥੇ ਦੇ ਅੰਤਸ਼ਕਰਨ ਰੂਪੀ ਮੱਥੇ ਤੇ ਜਸ ਰੂਪੀ ਟਿੱਕਾ ਕਿੱਥੋਂ ਨਿਕਲਣਾ? ਫਿਰ ਉਹਨਾਂ ਦਾ ਜਸ ਸੰਸਾਰ ਨਹੀਂ ਕਰਦਾ। ਜਿਹੜੇ ਸਾਧ ਸੰਗਤ ਜੀ ਵੇਖੋ ਇਸ ਸੰਸਾਰ ਦੇ ਅੰਦਰ ਬੜੇ ਬੜੇ ਅਮੀਰ ਹੋ ਗੁਜਰੇ ਐ। ਕਦੇ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਕਿੰਨੀਆਂ ਮਹਿੰਗੀਆਂ ਕਾਰਾਂ ਹੰਡਾਈਆਂ, ਕਿੰਨੇ ਮਹਿੰਗੇ ਕੱਪੜੇ ਪਾਏ, ਕਿੰਨੇ ਮਹਿੰਗੇ ਬੰਗਲਿਆਂ ਵਿੱਚ ਰਿਹਾ, ਤੇ ਕਦੇ ਇਤਿਹਾਸ ਨੇ ਜ਼ਿਕਰ ਨਹੀਂ ਕੀਤਾ। ਜਸ ਦੇ ਜਿਹੜੇ ਟਿੱਕੇ ਉਹਨਾਂ ਦੇ ਮਸਤਕ ਤੇ ਨਿਕਲਦੇ ਆ। ਇਤਿਹਾਸ ਜਦੋਂ ਜ਼ਿਕਰ ਕਰੂਗਾ ਇਹੀ ਜ਼ਿਕਰ ਕਰੂਗਾ ਕਿ ਸਤਿਗੁਰਾਂ ਜੀ ਨੇ ਤੱਤੀ ਤਵੀ ਤੇ ਚੌਂਕੜਾ ਕਿਵੇਂ ਲਾਇਆ ਸੀ, ਅੰਗਿਆਰਾਂ ਵਰਗਾ ਤੱਤਾ ਰੇਤਾ ਸੀਸ ਤੇ ਕਿਵੇਂ ਪਿਆ ਸੀਗਾ। ਇਤਿਹਾਸ ਜਦੋਂ ਜ਼ਿਕਰ ਕਰੂਗਾ, ਭਾਵੇਂ ਕਿ ਭਾਈ ਤਾਰੂ ਸਿੰਘ ਸਾਹਿਬ ਜੀ ਕਿਰਤੀ ਸਿੱਖ ਸਨ, ਪਰ ਸਦਾ ਲਈ ਆਪਣੇ ਮਾਤਾ ਪਿਤਾ ਨੂੰ ਵੀ ਅਮਰ ਕਰ ਦਿੱਤਾ, ਜਿਨ੍ਹਾਂ ਨੇ ਹੱਸ ਕੇ ਖੋਪੜਾ ਲੁਹਾ ਲਿਆ, ਸਿੱਖੀ ਨਹੀਂ ਛੱਡੀ। ਇਤਿਹਾਸ ਜ਼ਿਕਰ ਕਰੂਗਾ ਤੇ ਚਰਖੜੀ ਦਾ ਕਰੇਗਾ, ਬੰਦ ਕਿਵੇਂ ਛਡਾਇਆ ਉਸ ਦਾ ਜ਼ਿਕਰ ਕਰੇਗਾ। ਉਹਨਾਂ ਦੇ ਸਾਧ ਸੰਗਤ ਜੀ ਫਿਰ ਮਸਤਕ ਦੇ ਉੱਤੇ ਜਸ ਰੂਪੀ ਟਿੱਕੇ ਨਿਕਲਦੇ ਆ। ਰਹਿੰਦੀ ਦੁਨੀਆ ਤੱਕ ਉਹਨਾਂ ਦਾ ਜਸ ਵਾਰਾਂ ਦੇ ਰੂਪ ਵਿੱਚ ਸੂਰਬੀਰ ਗਾਉਂਦੇ ਆ। ਝੁੰਡੇ ਪਾਏ ਬਹਿਨ ਨਿਤ ਮਰਣਾ, ਜਿਹੜੇ ਸਾਧ ਸੰਗਤ ਜੀ ਨਾਮ ਨਹੀਂ ਨਾ ਜਪਦੇ, ਜਿਨ੍ਹਾਂ ਦੀ ਹਾਲਤ ਇਹੋ ਜੀ ਵਿਸ਼ਿਆਂ ਵਕਾਰਾਂ ਵਾਲੀ ਬਣੀ ਰਹਿੰਦੀ ਹੈ, ਮਹਾਰਾਜ ਕਹਿੰਦੇ ਉਹਨਾਂ ਦੇ ਮਨ ਝੂਰਦੇ ਹੀ ਰਹਿੰਦੇ ਆ। ਜਿਵੇਂ ਝੁੰਡੀ ਪਾ ਕੇ ਉਹ ਨੀਵੀਂ ਪਾ ਕੇ ਉਹ ਬੈਠੇ ਰਹਿੰਦੇ, ਜਿਵੇਂ ਅਫਸੋਸ ਕਰਨ ਨੂੰ ਮਰਗ ਤੇ ਮਾਈਆਂ ਬਹਿੰਦੀਆਂ ਹਨ, ਇਉਂ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਮੂੰਹ ਤੇ ਝੋਰਾ ਹੀ ਛਾਇਆ ਰਹਿੰਦਾ, ਗਮ ਨਾਲ ਹੀ ਮਰੇ ਰਹਿੰਦੇ ਆ। ਕਦੀ ਵਕਾਰੀ ਨੂੰ ਤੁਸੀਂ ਖਿੜਿਆ ਨਹੀਂ ਵੇਖੋਗੇ। ਸਤਿਗੁਰੂ ਜੀ ਕਹਿੰਦੇ ਭਾਈ ਇਉਂ ਝੁੰਡੀ ਪਾ ਕੇ ਨੀਵੀਂ ਸੁੱਟ ਕੇ ਜਿਹੜੇ ਆ ਉਦਾਸ, ਬੜੇ ਜ਼ਿਆਦੇ ਉਪਰਾਮ, ਬਹੁਤ ਜ਼ਿਆਦਾ ਮਨ ਝੋਰਿਆਂ 'ਚ ਚਿੰਤਾਵਾਂ ਵਿੱਚ ਰਹਿੰਦਾ ਏ। ਦੜ ਦੀਵਾਨ ਨਾ ਜਾਹੇ, ਤੇ ਜਿੱਥੇ ਸੰਗਤ ਹੁੰਦੀ ਆ ਉੱਥੇ ਅੰਦਰ ਹੀ ਦੜੇ ਰਹਿੰਦੇ ਆ। ਜੇ ਕੋਈ ਗਾਉਣ ਵਾਲੀ ਹੋਵੇ ਤੇ ਝੱਟ ਹੀ ਟਿਕਟਾਂ ਖਰੀਦ ਕੇ ਜਾਂਦੇ ਆ ਉੱਥੇ ਕਿ ਚਲੋ ਨੱਚਾਂ ਟੱਪਾਂਗੇ। ਹਜੂਰ ਕਹਿੰਦੇ ਨੇ ਜਿਹੜੀ ਦੀਵਾਨ ਸਭਾ ਹੈ ਸਤ ਸੰਗਤ, ਉੱਥੇ ਨਹੀਂ ਜਾਂਦੇ, ਉੱਥੇ ਤਾਂ ਅੰਦਰ ਹੀ ਵੜ ਜਾਂਦੇ ਆ। ਤੇ ਨਹੀਂ ਤੇ ਬੁਰਾ ਕੰਮ ਕਰਨਾ ਤੇ ਹੋਰ ਕੋਈ ਜਿਹੜੇ ਆ ਵਿਖਾਵੇ ਮੇਲੇ, ਉੱਥੇ ਜਾ ਕੇ ਮਹਾਰਾਜ ਕਹਿੰਦੇ ਭਾਈ ਜਾ ਕੇ ਸਭਾਵਾਂ ਵਿੱਚ ਬੈਠਦੇ ਆ, ਸੰਗਤ ਰੂਪੀ ਸਭਾ 'ਚ ਨਹੀਂ ਆਉਂਦੇ, ਅੰਦਰ ਹੀ ਦੜ ਜਾਂਦੇ ਆ। ਲੱਖੇ ਕਾਸੇ ਹੱਥੇ ਫੁੰਮਣ, ਲੱਖੀ ਕਾਸੇ ਆਸਾ ਰੂਪੀ ਲੱਕ ਨਾਲ ਅੰਤਰੀਵ ਸਮਝਣਾ ਹੈ। ਮਹਾਰਾਜ ਕਹਿੰਦੇ ਭਾਈ ਉਹਨਾਂ ਨੇ ਜਿਹੜਾ ਹੈ ਨਾ, ਜਿਹੜਾ ਪਦਾਰਥਾਂ ਦੇ ਖਾਣ ਦਾ ਲੱਭ ਹੈ ਨਾ ਸਾਧ ਸੰਗਤ ਜੀ, ਇਹ ਆਸਾ ਰੂਪੀ ਲੱਖ ਨਾਲ ਠੂਠਾ ਬੰਨਿਆ ਹੋਇਆ ਹੈ। ਹੱਥਾਂ ਵਿੱਚ ਫੁੰਮਣ ਕੀ ਹੈ? ਪਦਾਰਥਾਂ ਦੇ ਇਕੱਠੇ ਕਰਨ ਦਾ ਜਿਹੜਾ ਲਾਲਚ ਹੈ, ਜਿਵੇਂ ਝਾੜੂ ਨਾਲ ਪਰੇ ਕਰਦੇ ਆ ਨਾ, ਜਿਹੜਾ ਪਦਾਰਥਾਂ ਦੇ ਇਕੱਠੇ ਕਰਨ ਦਾ ਲਾਲਚ ਵਾ ਸਾਧ ਸੰਗਤ ਜੀ, ਉਹ ਫੁੰਮਣਾ ਝਾੜੂਆਂ ਦੀ ਤਰ੍ਹਾਂ ਕਿ ਜਿਹੜਾ ਵੀ ਪਦਾਰਥ ਮਿਲੇ ਮੈਨੂੰ ਹੀ ਮਿਲ ਜੇ, ਘਰ ਨੂੰ ਹੀ ਲੈ ਜਾਵਾਂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਇਹ ਇਕੱਠੇ ਕਰਨ ਦਾ ਪਦਾਰਥਾਂ ਦਾ ਲਾਲਚ ਹੱਥਾਂ ਵਿੱਚ ਫੁੰਮਣਾ ਦੀ ਤਰ੍ਹਾਂ। ਅੱਗੋਂ ਪਿੱਛੇ ਜਾਹੇ, ਇਹੋ ਜਿਹੇ ਜੀਵ ਦਾ ਜੀਵਨ ਕੀ ਹੁੰਦਾ ਹੈ?
ਉਹ ਸਾਧ ਸੰਗਤ ਜੀ ਜਿਵੇਂ ਭੇਡਾਂ ਨਹੀਂ ਭੇਡ ਚਾਲ ਹੁੰਦੀ ਅੱਗੋਂ ਪਿੱਛੀ ਜਾਹੀ, ਜਿਵੇਂ ਲੋਕ ਕਰਦੇ ਆ ਵੇਖ ਕੇ ਕਰੀ ਜਾਂਦੇ ਆ, ਆਦਰਸ਼ੀ ਜੀਵਨ ਨਹੀਂ ਜਿਉਂਦੇ। ਆਦਰਸ਼ ਵਾਲਾ ਜੀਵਨ ਨਹੀਂ ਉਹਨਾਂ ਦਾ ਹੁੰਦਾ। ਜੇ ਪੁੱਛੇ ਕਿ ਤੂੰ ਰੁੱਖ ਨੂੰ ਪਾਣੀ ਕਿਉਂ ਪਾਉਣਾ, ਕਹਿੰਦੇ ਗੁਆਂਢੀ ਪਾਉਂਦੇ ਆ। ਜੇਕਰ ਤੂੰ ਗੁੱਗੇ ਦੀ ਪੂਜਾ ਕਿਉਂ ਕਰਦਾ, ਸਾਡਾ ਇਲਾਕਾ ਸਾਰਾ ਕਰਦਾ। ਜੇ ਸਾਰੇ ਇਲਾਕੇ ਨੇ ਖੂਹ 'ਚ ਡਿੱਗਣਾ ਤੇ ਤੂੰ ਵੀ ਮਗਰ ਹੀ ਡਿੱਗਣਾ। ਜੇ ਗਵਾਂਢੀ ਨੇ ਨਰਕਾਂ ਨੂੰ ਜਾਣਾ ਤੇ ਤੂੰ ਵੀ ਨਾਲ ਹੀ ਤਿਆਰੀ ਕੀਤੀ। ਇਹ ਭਾਈ ਭੇਡ ਚਾਲ ਹੈ ਦੁਨੀਆ ਦੀ। ਪਰਮਾਰਥ ਨਹੀਂ ਵਿਚਾਰਦੇ ਕਿ ਪਰਮਾਰਥ ਕੀ ਹੈ, ਅਸਲੀ ਨਿਰੰਕਾਰ ਦੀ ਪ੍ਰਾਪਤੀ ਕਿਵੇਂ ਹੈ। ਨਹੀਂ, ਭੇਡ ਚਾਲ ਹੈ, ਅੱਗੋਂ ਪਿੱਛੀ ਜਾਹੀ। ਦੁਨੀਆ ਵੱਲ ਵੇਖ ਵੇਖ ਕੇ ਤੁਰ ਪੈਂਦੇ ਆ। ਜੇ ਵੇਖਦੇ ਆ ਨਾ ਕਿ ਉਹ ਦੱਸਦੇ ਜਾ ਕੇ ਬੜਾ ਇਕੱਠ ਹੁੰਦਾ ਜੀ, ਬੜੇ ਲੋਕ ਆਉਂਦੇ ਆ, ਲੈਣ ਲੱਗੀ ਰਹਿੰਦੀ ਹੈ, ਉਹ ਇਹੋ ਹੀ ਸੋਚ ਕੇ ਤੁਰ ਪੈਂਦੇ ਆ ਤੇ ਅੰਦਰ ਕੁਛ ਨਹੀਂ ਪਤਾ ਕਿ ਪਰਮਾਰਥ ਉੱਥੇ ਕੱਖ ਵੀ ਨਹੀਂ ਲੱਭਦਾ, ਕੱਖ ਵੀ ਨਹੀਂ। ਭੇਡ ਚਾਲ ਵਾਂਗੂ ਮਹਾਰਾਜ ਕਹਿੰਦੇ ਭਾਈ ਜੀਵਨ ਦੀ ਚਾਲ ਚੱਲਦੇ ਆ। ਨਾ ਓਏ ਜੋਗੇ ਨਾ ਓਏ ਜੰਗਮ, ਉਹਨਾਂ ਨੂੰ ਤਾਂ ਮਹਾਰਾਜ ਕਹਿੰਦੇ ਜਿਹੜਾ ਐਸਾ ਹੈ ਨਾ ਤਾਂ ਉਹ ਕੋਈ ਯੋਗ ਸਾਧਨਾ ਹੀ ਕਮਾ ਸਕਦਾ ਫਿਰ, ਕਿਉਂਕਿ ਜੋਗੀ ਜੋ ਸਾਧਨਾ ਕਰਦੇ ਆ। ਜੰਗਮ ਜਿਹੜੇ ਆਪਦੇ ਇਸ਼ਟ ਨੂੰ ਗਾਉਂਦੇ ਆ ਉਹ ਵੀ ਨਹੀਂ ਮਹਾਰਾਜ ਕਹਿੰਦੇ ਉਹਨਾਂ ਕੋਲ ਹੈਗਾ ਹੈ। ਨਾ ਓਏ ਕਾਜੇ ਮੁੱਲਾ, ਫਿਰ ਵੀ ਨਮਾਜ਼ ਤਾਂ ਪੜ੍ਹਦੇ ਹੀ ਆ ਨਾ। ਮੁੱਲਾ ਬੱਚਿਆਂ ਨੂੰ ਪੜਾਉਂਦਾ, ਬਾਂਗ ਦਿੰਦਾ ਹੈ। ਮਹਾਰਾਜ ਕਹਿੰਦੇ ਵਕਾਰੀ ਆਦਮੀ ਤਾਂ ਭਾਈ ਇਹ ਕੁਝ ਵੀ ਨਹੀਂ, ਨਾ ਕਾਜੀ ਨਾ ਮੁੱਲਾ, ਉਹਦੇ ਕੋਲ ਕੁਛ ਵੀ ਨਹੀਂ ਹੈ। ਦਈਏ ਵਿਗੋਏ ਫਿਰ ਹੈ ਵਿਗੋਤੇ, ਮਹਾਰਾਜ ਨੇ ਕਿਹਾ ਪ੍ਰੇਰਕ ਪਰਮੇਸ਼ਰ ਵੱਲੋਂ ਭੁੱਲੇ ਹੋਏ ਆ ਤੇ ਫਟਕਾਰੇ ਹੋਈ ਫਿਰਦੇ ਆ। ਬਹੁਤ ਦੁਖੀ ਮਹਾਰਾਜ ਕਹਿੰਦੇ ਹੁੰਦੇ ਫਿਰਦੇ ਇਹੋ ਜੇ ਪੁਰਸ਼। ਫਿੱਟਾਂ ਵਤੈ ਗੱਲਾਂ, ਉਹਨਾਂ ਦੀਆਂ ਸਾਰੀਆਂ ਹੀ ਗੱਲਾਂ ਜਿਹੜੀਆਂ ਉਹ ਫਿੱਟੀਆਂ ਨਾਸਤਕਾਂ ਵਾਲੀਆਂ ਹੀ ਆ। ਅਵਤਾ ਪੁੱਠੀਆਂ ਹੀ ਗੱਲਾਂ ਕਰਦੇ ਆ। ਕੋਈ ਵੀ ਗੱਲ ਜਿਹੜੀ ਹੈ ਨਾ ਉਹ ਸਾਧ ਸੰਗਤ ਜੀ ਸਿੱਧੀ ਨਹੀਂ ਕਰਦੇ। ਮਨਮੁਖ ਜਦੋਂ ਬੋਲਦਾ ਨਾਸਤਕਤਾਈ ਦੇ ਬੋਲ ਬੋਲਦਾ। ਇਹੋ ਜੀਆਂ ਮਹਾਰਾਜ ਕਹਿੰਦੇ ਉਹਨਾਂ ਦੀਆਂ ਭਾਈ ਬੋਲ ਗੱਲਾਂ ਹੁੰਦੀਆਂ ਨੇ ਪਰਮੇਸ਼ਰ ਤੋਂ ਬੇਮੁਖ ਕਰਨ ਵਾਲੀਆਂ। ਜੀਆਂ ਮਾਰ ਜੀਵਾਲੇ ਸੋਏ, ਜੀਆਂ ਨੂੰ ਮਹਾਰਾਜ ਕਹਿੰਦੇ ਜੀਵਤ ਭਾਵ ਤੋਂ ਮਰਨ ਦਾ ਬਲ ਦੇਣ ਵਾਲਾ ਵੀ ਵਾਹਿਗੁਰੂ ਹੈ। ਨਾਮ ਵਿੱਚ ਜੀਵਨ ਦਾਨ ਦੇਣ ਵਾਲਾ ਵੀ ਵਾਹਿਗੁਰੂ ਹੈ। ਅਵਰ ਨਾ ਕੋਈ ਰੱਖਾ, ਹੋਰ ਕੋਈ ਔਗਣਾ ਤੋਂ ਰੱਖਿਆ ਨਹੀਂ ਕਰ ਸਕਦਾ, ਵਾਹਿਗੁਰੂ ਹੀ ਕਰਦਾ। ਉਹਦੇ ਨਾਮ ਨਾਲ ਜਿਹੜਾ ਜੁੜ ਜਾਂਦਾ ਉਹਦੀ ਹੀ ਅੰਤਰੀਵ ਵਾਹਿਗੁਰੂ ਜੀ ਰੱਖਿਆ ਕਰਦੇ ਆ ਕਾਮ ਆਦਿਕ ਦੁਸ਼ਮਣਾਂ ਤੋਂ। ਦਾਨ ਹੋਤਾ ਇਸ਼ਨਾਨ ਹੋ ਵੰਜੇ, ਜਿਹੜੇ ਮਹਾਰਾਜ ਕਹਿੰਦੇ ਭਾਈ ਖੁੱਸ ਗਏ ਐ, ਨਾ ਤਾਂ ਉਹ ਨਾਮ ਰੂਪੀ ਇਸ਼ਨਾਨ ਕਰਦੇ ਐ ਤੇ ਨਾ ਹੀ ਕੋਈ ਪੁੰਨ ਦਾਨ ਕਰਦੇ ਐ। ਜਿਹੜੇ ਕੋਈ ਚੰਗਿਆਈ ਕੋਈ ਭਲਾ ਕਰਮ ਮਹਾਰਾਜ ਕਹਿੰਦੇ ਭਾਈ ਕਰਦੇ ਹੀ ਨਹੀਂ ਹਨ। ਭਸ ਪਾਏ ਸਿਰ ਖੁੱਥਾ, ਜਿਨ੍ਹਾਂ ਨੇ ਆਪਣੇ ਅੰਤਸ਼ਕਰਨ ਰੂਪੀ ਸਿਰ ਤੋਂ ਸੁਭ ਗੁਣਾ ਰੂਪੀ ਕੇਸ ਹੀ ਖੁੱਥ ਦਿੱਤੇ, ਪੁੱਟ ਦਿੱਤੇ ਐ। ਉਹਨਾਂ ਦੇ ਸਿਰਾਂ 'ਚ ਮਹਾਰਾਜ ਕਹਿੰਦੇ ਲਾਂਤਾ ਰੂਪੀ ਸਵਾਹੀ ਪੈਂਦੀ ਆ। ਪਾਣੇ ਵਿੱਚ ਰਤਨ ਉਪਾਨੇ, ਸਤਿਗੁਰੂ ਜੀ ਹੁਣ ਦੱਸਦੇ ਆ ਕਿ ਭਾਈ ਜਿਸ ਨਾਮ ਰੂਪੀ ਜਲ ਨੂੰ ਮਨ ਗ੍ਰਹਿਣ ਨਹੀਂ ਨਾ ਕਰਦਾ, ਇਸ ਨਾਮ ਜਲ ਦੀ ਮਹਿਮਾ ਕੀ ਹੈ। ਪਹਿਲਾਂ ਤਾਂ ਪ੍ਰਤੱਖ ਮਹਾਰਾਜ ਜੀ ਨੇ ਜਲ ਦੀ ਮਹਿਮਾ ਕਹੀ ਹੈ ਨਾ, ਜੋ ਆਪਾਂ ਸਰਵਣ ਕੀਤੀ ਹੈ। ਹੁਣ ਸਤਿਗੁਰੂ ਜੀ ਨਾਮ ਜਲ ਦੀ ਮਹਿਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਹਨ। ਹਜੂਰ ਫਰਮਾਉਂਦੇ ਨੇ ਪਾਣੇ ਵਿੱਚ ਰਤਨ ਉਪਾਨੇ, ਮਹਾਰਾਜ ਨੇ ਕਿਹਾ ਕਿ ਜਿਹੜਾ ਨਾਮ ਜਲ ਹੈ ਨਾ ਇਹਦੇ ਵਿੱਚੋਂ ਸੁਭ ਗੁਣਾ ਰੂਪੀ ਰਤਨ ਪੈਦਾ ਹੁੰਦੇ ਆ। ਜੇ ਨਾਮ ਜਲ ਪ੍ਰਾਪਤ ਕਰੀਏ ਨਾ ਗੁਰੂ ਜੀ ਤੋਂ, ਨਾਮ ਅੰਮ੍ਰਿਤ ਦਾ ਜਲ, ਤੇ ਫਿਰ ਜੀਵ ਦੇ ਅੰਦਰ ਸੁਭ ਗੁਣਾ ਰੂਪੀ ਰਤਨ ਜਿਹੜੇ ਆ ਉਹ ਪ੍ਰਗਟ ਹੁੰਦੇ ਆ। ਮੇਰ ਕੀਆ ਮਾਧਾਣੀ, ਇੱਥੇ ਜਿਹੜਾ ਮੇਰ ਮੰਦਰਾਚਲ ਪਰਬਤ ਜਿਹੜਾ ਸੀ ਮਧਾਣੇ ਦੀ ਥਾਂ ਤੇ ਪਾਇਆ ਨਾ, ਆਪਣੇ ਅੰਦਰ ਸਾਧ ਸੰਗਤ ਜੀ ਕਿਹੜਾ ਮਧਾਣਾ ਪਾਉਣਾ ਹੈ? ਅਭਿਆਸ ਰੂਪੀ ਮਧਾਣਾ ਪਾਉਣਾ ਹੈ। ਆਉਂਦੇ ਜਾਂਦੇ ਸਵਾਸਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ। ਤੇ ਜਦੋਂ ਇਉਂ ਰਿੜਕੀਦਾ ਨਾ ਫਿਰ ਰਤਨ ਕਿਹੜੇ ਪ੍ਰਾਪਤ ਹੁੰਦੇ ਆ? ਸਤ, ਸੰਤੋਖ, ਦਇਆ, ਧਰਮ, ਇਹ ਸਾਰੇ ਸੁਭ ਗੁਣ ਰੂਪੀ ਰਤਨ ਜਿਹੜੇ ਆ ਨਾ ਫਿਰ ਲੱਭਣ ਲੱਗ ਪੈਂਦੇ ਅੰਦਰੋਂ ਹੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਭਿਆਸ ਰੂਪੀ ਮਧਾਣਾ ਜਿਹੜਾ ਹੈ ਭਾਈ ਆਪਣੇ ਅੰਦਰ ਪਾਉਣਾ ਕੀਤਾ ਹੈ, ਉਹਨਾਂ ਨੂੰ ਫਿਰ ਇਸ ਨਾਮ ਜਲ ਦੇ ਅੰਦਰੋਂ ਸੁਭ ਗੁਣਾ ਰੂਪੀ ਰਤਨ ਜਿਹੜੇ ਆ ਲੱਭ ਪੈਂਦੇ ਆ। 68 ਤੀਰਥ ਦੇਵੀ ਥਾਪੇ, ਫਿਰ ਮਹਾਰਾਜ ਕਹਿੰਦੇ ਭਾਈ ਜਿਹੜੇ 68 ਤੀਰਥ ਹਨ ਇਹ ਦੇਵੀ ਸੰਪਦਾ ਦੇ ਅੰਦਰ ਸਥਾਪਿਤ ਕੀਤੀ ਹੋਈ ਹੈ। 68 ਤੀਰਥ ਕੀ ਹੈ? ਸਾਧ ਸੰਗਤ, ਜਿਹੜੀ ਗੁਰੂ ਸਾਹਿਬ ਦੀ ਸਾਧ ਸੰਗਤ ਹੈ ਇੱਥੇ 68 ਤੀਰਥ ਵਾਸ ਕਰਦੇ ਆ ਤੇ ਦੇਵੀ ਸੰਪਦਾ ਇੱਥੇ ਥਾਪੀ ਹੋਈ ਹੈ। ਮਹਾਰਾਜ ਨੇ
ਸਤ ਸੰਗਤ ਕਰਨ ਵਾਲੇ ਨੂੰ ਦੈਵੀ ਗੁਣ ਜਿਹੜੇ ਆ ਉਹ ਪ੍ਰਾਪਤ ਹੁੰਦੇ ਆ। ਪੁਰਬੇ ਲੱਗਾ ਬਾਣੇ। ਫਿਰ ਸਾਧ ਸੰਗਤ ਜੀ ਉਹਦੇ ਅੰਦਰ ਹੀ ਜਿਹੜਾ ਸਤ ਸੰਗਤ ਕਰਨ ਲੱਗ ਜਾਂਦਾ ਹੈ ਨਾ, ਮਹਾਰਾਜ ਕਹਿੰਦੇ ਜਿਹਦਾ ਬਾਣੀ ਨਾਲ ਚਿੱਤ ਜੁੜ ਜਾਂਦਾ ਉਹਦੇ ਅੰਦਰ ਹੀ ਪੁਰਬ ਲੱਗ ਜਾਂਦਾ। ਫਿਰ ਉਹਦੇ ਅੰਦਰ ਹੀ ਸਾਧ ਸੰਗਤ ਜੀ ਇਹੋ ਜੀਆਂ ਖੁਸ਼ੀਆਂ, ਇਹੋ ਜਿਹੇ ਖੇੜੇ ਕਿ ਅੰਦਰ ਹੀ ਸਦਾ ਵਾਸਤੇ ਪੁਰਬ ਲੱਗ ਜਾਂਦਾ ਹੈ। ਵਾਹਿਗੁਰੂ ਦਾ ਦਰਸ਼ਨ ਦੀਦਾਰ ਕਰਕੇ ਨਿਹਾਲ ਹੁੰਦੇ ਆ। ਹਾਏ ਨਿਵਾਜਾ ਨਹਾਤਾ ਪੂਜਾ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਨਾਮ ਜਲ ਨਾਲ ਇਸ਼ਨਾਨ ਕਰਦਾ ਹੈ ਨਾ, ਉਹਦੀ ਹੀ ਨਮਾਜ਼ ਪ੍ਰਵਾਨ ਹੁੰਦੀ ਹੈ। ਜੇ ਕਾਜੀ ਦਾ ਅੱਲਾ ਵਿੱਚ ਸੁਰਤ ਨਹੀਂ ਜੁੜੀ ਹੋਈ ਤੇ ਉਹਦੀ ਨਮਾਜ਼ ਕਿਵੇਂ ਪ੍ਰਵਾਨ ਚੜ ਜਾਵੇਗੀ। ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਹਾ ਸੁਰਤ ਜਿਹਦੀ ਨਿਰੰਕਾਰ ਵਿੱਚ ਜੁੜ ਗਈ ਹੈ, ਜਿਹਨੇ ਨਾਮ ਜਲ ਨਾਲ ਇਸ਼ਨਾਨ ਕਰ ਲਿਆ, ਉਹਦੀ ਜਿਹੜੀ ਨਮਾਜ਼ ਹੈ ਉਹ ਫਿਰ ਥਾਂ ਪੈ ਜਾਂਦੀ ਹੈ। ਤੇ ਜਿਹਨੇ ਨਾਮ ਜਲ ਨਾਲ ਇਸ਼ਨਾਨ ਕੀਤਾ, ਮਹਾਰਾਜ ਕਹਿੰਦੇ ਉਹਦੀ ਪੂਜਾ ਵੀ ਕੀਤੀ ਥਾਂ ਪੈ ਜਾਂਦੀ ਹੈ। ਜੇ ਸਾਧ ਸੰਗਤ ਜੀ ਨਾਮ ਜਲ ਨਾਲ ਅੰਦਰੋਂ ਇਸ਼ਨਾਨ ਨਾ ਕਰੇ, ਫਿਰ ਪੂਜਾ ਵੀ ਕੀਤੀ ਥਾਂ ਨਹੀਂ ਪੈਂਦੀ। ਹਾਵਨ ਸਦਾ ਸੁਜਾਣੇ। ਜਿਹੜੇ ਸ੍ਰੇਸ਼ਟ ਪੁਰਖ ਵਾ ਉਹ ਸਦਾ ਹੀ ਨਾਮ ਜਲ ਦਾ ਇਸ਼ਨਾਨ ਜਿਹੜਾ ਉਹ ਕਰਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਨਾਲ ਹੀ ਭਾਈ ਉਹ ਜੁੜਦੇ ਆ। ਜਿਹੜੇ ਸ੍ਰੇਸ਼ਟ ਪੁਰਖਾਂ ਨੂੰ ਉਹਨੂੰ ਪਤਾ ਹੈ ਸ੍ਰੇਸ਼ਟਤਾਈ ਜਿਹੜੀ ਹੈ ਨਾ ਉਹ ਨਾਮ ਦੇ ਨਾਲ ਹੀ ਕਾਇਮ ਰਹਿੰਦੀ ਆ। ਮੋਇਆ ਜੀਵਦਿਆਂ ਗਤ ਹੋਵੈ। ਸਦਾ ਵਾਸਤੇ ਮਹਾਰਾਜ ਨੇ ਕਿਹਾ ਇੱਥੇ ਹੁਣ ਨਾਮ ਜਲ ਦਾ ਅਰਥ ਲਾਉਣਾ ਕਿ ਜਿਹੜੇ ਭਾਈ ਮਰਦਿਆਂ ਤੇ ਜਿਉਂਦਿਆਂ, ਜਿੰਨੇ ਭਾਵ ਜਿਉਂਦਿਆਂ ਤੋਂ ਲੈ ਕੇ ਮੁਰਦਿਆਂ ਤੱਕ, ਮਹਾਰਾਜ ਕਹਿੰਦੇ ਮਰਨ ਤੱਕ ਨਾਮ ਨਹੀਂ ਵਿਸਾਰਿਆ, ਉਹਦੀ ਗਤ ਮੁਕਤ ਨਾਮ ਨਾਲ ਹੁੰਦੀ ਆ। ਜਾਂ ਸਿਰ ਪਾਈਐ ਪਾਣੀ। ਜਦੋਂ ਮਹਾਰਾਜ ਕਹਿੰਦੇ ਜਾਂ ਜਦੋਂ ਅੰਤਸ਼ਕਰਨ ਰੂਪੀ ਸਿਰ ਦੇ ਉੱਪਰ ਨਾਮ ਜਲ ਪਾਈਏ ਨਾ, ਤੇ ਫਿਰ ਹਜੂਰ ਕਹਿੰਦੇ ਭਾਈ ਜੀਵਨ ਤੋਂ ਲੈ ਕੇ ਮਰਨ ਤੱਕ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਗਤ ਮੁਕਤੀ ਪ੍ਰਾਪਤ ਹੋ ਜਾਂਦੀ ਆ। ਨਾਨਕ ਸਿਰ ਖੁੱਥੈ ਸੈਤਾਨੇ। ਜਿਨ੍ਹਾਂ ਦੇ ਸਿਰ ਖੁੱਥੇ ਐ, ਅੰਤਸ਼ਕਰਨ ਰੂਪੀ ਸਿਰ ਤੋਂ ਸੁਭ ਗੁਣਾ ਰੂਪੀ ਕੇਸ ਉਖੇੜ ਦਿੱਤੇ ਐ, ਸਤਿਗੁਰੂ ਜੀ ਕਹਿੰਦੇ ਉਹ ਸ਼ੈਤਾਨ ਪੁਰਖ ਹੁੰਦੇ ਆ। ਜਿਨ੍ਹਾਂ ਨੇ ਕੋਈ ਸੁਭ ਗੁਣ ਧਾਰਨ ਹੀ ਨਹੀਂ ਕੀਤਾ, ਉਹ ਕਲਮਹਿ ਪ੍ਰੇਤ ਜਿਨੀ ਨਾਮ ਨਾ ਪਛਾਤਾ, ਉਹ ਭੂਤ ਹੈ ਕਲਯੁਗ ਦੇ ਅੰਦਰ। ਮਹਾਰਾਜ ਕਹਿੰਦੇ ਜਿਹਨੇ ਨਾਮ ਨਹੀਂ ਜਪਿਆ ਨਾ ਗੱਲ ਨਾ ਭਾਣੇ। ਇਹਨਾਂ ਨੂੰ ਇਹ ਗੱਲ ਪਾਉਂਦੀ ਨਹੀਂ ਸਤ ਸੰਗਤ ਕਰਨੀ, ਨਾਮ ਜਪਣਾ ਉਹਨਾਂ ਨੂੰ ਪਾਉਂਦਾ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ। ਨਾ ਘਰ 'ਚ ਜਪਦੇ ਆ, ਨਾ ਸੰਗਤ ਵਿੱਚ ਆ ਕੇ ਜਪਦੇ ਆ। ਇੱਥੇ ਵੀ ਗੱਲਾਂ ਕਰਦੇ ਹੋਰ ਜਿਹੜਾ ਹੈ ਉਹ ਇੱਧਰ ਉੱਧਰ ਫਿਰ ਤੁਰ ਕੇ ਚਲੇ ਜਾਂਦੇ ਆ। ਕੀਰਤਨ ਨਹੀਂ ਸੁਣਦੇ, ਕਥਾ ਨਹੀਂ ਸੁਣਦੇ। ਇਹ ਗੱਲ ਮਹਾਰਾਜ ਕਹਿੰਦੇ ਉਹਨਾਂ ਨੂੰ ਪਾਉਂਦੀ ਨਹੀਂ, ਚੰਗੀ ਨਹੀਂ ਲੱਗਦੀ ਐਸੇ ਮਨਾਂ ਵਾਲਿਆਂ ਨੂੰ। ਉਠਾ ਹੋਏ ਬਿਲਾਵਲ। ਸਤਿਗੁਰੂ ਜੀ ਦੱਸਦੇ ਆ ਕਿ ਭਾਈ ਜਦੋਂ ਮੀਂਹ ਵਰਦਾ ਹੈ, ਮੀਂਹ ਕਿਹੜਾ ਵਰਦਾ ਹੈ? ਗੁਰੂ ਜੀ ਦੇ ਉਪਦੇਸ਼ ਦੀ ਜਦੋਂ ਵਰਖਾ ਹੁੰਦੀ, ਜਦੋਂ ਸਤਿਗੁਰੂ ਜੀ ਦੀ ਬਾਣੀ ਦੀ ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਸਾਧ ਸੰਗਤ ਜੀ ਵਰਖਾ ਹੁੰਦੀ ਹੈ। ਤੇ ਫਿਰ ਕੀ ਹੁੰਦਾ ਹੈ? ਜਿਹੜੇ ਗੁਰਸਿੱਖ ਪ੍ਰੀਤ ਨਾਲ ਸੁਣਦੇ ਆ ਉਹਨਾਂ ਨੂੰ ਬਿਲਾਵਲ ਆਨੰਦ ਹੁੰਦਾ ਹੈ। ਸੁਣ ਕੇ ਉਹਨਾਂ ਦੇ ਮਨ ਖੀਵੇ ਹੁੰਦੇ ਆ, ਕੀਰਤਨ ਨੂੰ ਸੁਣ ਕੇ ਖਿੜਦੇ ਆ, ਕਥਾ ਨੂੰ ਸੁਣ ਕੇ ਮਨ ਖਿੜਦੇ ਹਨ। ਇਉਂ ਹਜੂਰ ਕਹਿੰਦੇ ਭਾਈ ਜਦੋਂ ਗੁਰੂ ਰੂਪੀ ਬੱਦਲ ਵਰਖਾ ਕਰਦੇ ਨਾ ਆਪਦੇ ਉਪਦੇਸ਼ ਦੀ, ਤੇ ਜੀਆਂ ਨੂੰ ਬਿਲਾਵਲ ਆਨੰਦ ਹੋ ਜਾਂਦਾ ਸੁਣਨ ਵਾਲੇ ਸਰੋਤਿਆਂ ਨੂੰ। ਜੀਆਂ ਜੁਗਤ ਸਮਾਣੇ। ਜੀਆਂ ਦੇ ਅੰਦਰ ਫਿਰ ਜੀਵਨ ਦੀ ਜੁਗਤ ਆ ਕੇ ਵਸਦੀ ਆ। ਉਹਨਾਂ ਨੂੰ ਜੀਵਨ ਦੀ ਜੁਗਤ ਲੱਭ ਪੈਂਦੀ ਹੈ ਕਿ ਸ਼ਬਦ ਜੀਵਨ ਦਾ ਆਧਾਰ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ ਸਾਹ ਸਾਡੇ ਜੀਵਨ ਦਾ ਆਧਾਰ ਨਹੀਂ। ਜੇ ਸਾਹ ਜੀਵਨ ਦਾ ਆਧਾਰ ਹੁੰਦੇ ਤੇ ਲੱਥੇ ਹੋਏ ਖੋਪੜੇ ਤੋਂ ਭਾਈ ਤਾਰੂ ਸਿੰਘ ਸਾਹਿਬ ਕਿਵੇਂ ਜੀਂਦੇ ਰਹਿੰਦੇ 22 ਦਿਨ। ਜੇ ਸਾਹ ਜੀਵਨ ਦਾ ਆਧਾਰ ਹੁੰਦੇ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਸੀਸ ਤਲੀ ਤੇ ਧਰ ਕੇ ਕਿਵੇਂ ਲੜਦੇ। ਉਹਨਾਂ ਨੂੰ ਜੀਵਨ ਦੀ ਜੁਗਤ ਲੱਭ ਜਾਂਦੀ ਹੈ ਕਿ ਜੀਵਨ ਦੀ ਜੁਗਤ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਛੁਪੀ ਹੋਈ ਹੈ। ਫਿਰ ਪ੍ਰਤੱਖ ਗਰਦਨ ਲੱਥਦਿਆਂ ਵੀ ਸਰੀਰ ਨਹੀਂ ਡਿੱਗਦੇ ਸਾਧ ਸੰਗਤ ਜੀ। ਜੀਵਨ ਦੀ ਜੁਗਤ ਲੱਭ ਪੈਂਦੀ ਹੈ। ਮਰੇ ਹੋਏ ਵੀ ਉਹ ਜਿਉਂਦੇ ਹੀ ਹੁੰਦੇ ਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਜੀਵਨ ਦੀ ਜੁਗਤ ਜਿਹੜੀ ਹੈ ਨਾ ਉਹ ਪਤਾ ਲੱਗ ਜਾਂਦੀ ਹੈ ਗੁਰੂ ਜੀ ਦੇ ਉਪਦੇਸ਼ ਵਿੱਚੋਂ। ਉਠੈ ਅਨ ਕਮਾਦ ਕਪਾਹਾ। ਜਦੋਂ ਫਿਰ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਉਪਦੇਸ਼ ਦੀ ਉਠੈ ਵਰਖਾ ਹੁੰਦੀ ਹੈ, ਅੰਦਰ ਫਿਰ ਸੁਭ ਗੁਣਾ ਰੂਪੀ ਅੰਨ ਪੈਦਾ ਹੁੰਦਾ ਹੈ। ਤੇ ਮਿੱਠਾ ਗੰਨਾ ਕੀ ਪੈਦਾ ਹੁੰਦਾ ਹੈ? ਆਨੰਦ ਆਉਣ ਲੱਗ ਪੈਂਦਾ ਹੈ, ਆਤਮਕ ਰਸ ਆਉਣ ਲੱਗ ਪੈਂਦਾ ਹੈ, ਬ੍ਰਹਮਾ ਆਨੰਦ ਦਾ ਰਸ ਪ੍ਰਾਪਤ ਹੋ ਜਾਂਦਾ ਹੈ।
ਤੇ ਕਪਾਹ ਦੀ ਨਿਆਈ ਸਾਧ ਸੰਗਤ ਜੀ ਕੱਪੜਾ ਕੀ ਹੈ? ਸਰਮ ਸੁਰਤ ਦਾ ਉਹਨਾਂ ਨੂੰ ਕੱਪੜਾ ਪ੍ਰਾਪਤ ਹੋ ਜਾਂਦਾ ਹੈ। ਸਭ ਸੈ ਪਰਦਾ ਹੋਵੇ, ਜਿਸ ਦੇ ਕਰਕੇ ਸਭ ਦੇ ਪਰਦੇ ਢੱਕੇ ਜਾਂਦੇ ਆ। ਆਹ ਕੱਪੜੇ ਤਾਂ ਸਾਡੇ ਇੱਥੇ ਪਰਦਾ ਢੱਕਦੇ ਆ ਨਾ, ਪਰ ਜਿਹੜਾ ਕੱਪੜਾ ਸਤਿਗੁਰੂ ਜੀ ਦੇ ਉਪਦੇਸ਼ ਨਾਲ ਪ੍ਰਾਪਤ ਹੁੰਦਾ ਹੈ ਨਾ, ਉਹ ਪਰਲੋਕ ਵਿੱਚ ਵੀ ਪਰਦਾ ਕੱਜ ਲੈਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹੋ ਜਿਹਾ ਭਾਈ ਉਹਨਾਂ ਨੂੰ ਸਰਮ ਸੁਰਤ ਦਾ ਕੱਪੜਾ ਜਿਹੜਾ ਗੁਰੂ ਜੀ ਦੇ ਉਪਦੇਸ਼ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ, ਜਿਸ ਦੇ ਨਾਲ ਲੋਕ ਪਰਲੋਕ ਵਿੱਚ ਹੀ ਉਹਨਾਂ ਦੀ ਇੱਜ਼ਤ ਜਿਹੜੀ ਆ ਰਹਿ ਆਉਂਦੀ ਆ। ਉਠੈ ਕਾਹੋ ਚਰਹਿ ਨਿਤ ਸੁਰਹੇ। ਫਿਰ ਸਾਧ ਸੰਗਤ ਜੀ ਗੁਰੂ ਜੀ ਦੇ ਉਪਦੇਸ਼ ਰੂਪੀ ਬਰਖਾ ਦੇ ਨਾਲ ਜਦੋਂ ਸੁਭ ਗੁਣੋ ਰੂਪੀ ਘਾਹ ਜਿਹੜਾ ਹਿਰਦੇ ਰੂਪੀ ਧਰਤੀ ਤੇ ਉੱਗ ਪੈਂਦਾ ਹੈ, ਫਿਰ ਬਿਰਤੀ ਰੂਪੀ ਗਾਂ ਜਿਹੜੀ ਹੈ ਨਾ ਉਹ ਸੁਭ ਰੂਪੀ ਘਾਹ ਨੂੰ ਚੁਗਦੀ ਹੈ ਤੇ ਬਹੁਤ ਬਿਰਤੀ ਫਿਰ ਬਲਵਾਨ ਹੋ ਜਾਂਦੀ ਆ। ਸਾਤਨ ਦਹਿ ਬਿਲੋਵੈ। ਉਸ ਬਿਰਤੀ ਵਿੱਚ ਫਿਰ ਗੁਰੂ ਜੀ ਦਾ ਸਾਧ ਸੰਗਤ ਜੀ ਜਿਹੜਾ ਸਿੱਖਿਆ ਰੂਪੀ ਦੁੱਧ ਹੈ ਨਾ, ਜਿਹੜਾ ਸਿੱਖਿਆ ਦਾ ਸਿਧਾਂਤ ਹੈ, ਉਹ ਪ੍ਰਾਪਤ ਹੋ ਜਾਂਦਾ ਹੈ। ਤੇ ਫਿਰ ਉਹਨੂੰ ਜਾਗ ਕੀ ਲਾਉਂਦੇ ਆ? ਸੰਸਾਰ ਤੋਂ ਜਿਹੜਾ ਉਪਰਾਮ ਹੋ ਜਾਣਾ ਨਾ ਚਿੱਤ, ਇਹ ਜਾਗ ਲਾਉਂਦੇ ਆ। ਕੋਈ ਪਦਾਰਥ ਨਹੀਂ ਪਾਉਂਦਾ, ਕੁਛ ਨਹੀਂ ਮਾਇਕੀ ਪਦਾਰਥ, ਸਾਰੇ ਹੀ ਉਹਨਾਂ ਤੋਂ ਮਨ ਉਪਰਾਮ ਹੋ ਜਾਂਦਾ। ਜਿਹੜਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਨਾ, ਹੋਏ ਨਿਰਾਸ਼ ਜਮਾਵੋ, ਜਿਹੜਾ ਨਿਰਾਸ਼ ਹੋ ਜਾਣਾ ਨਾ ਸੰਸਾਰ ਦੇ ਸੁੱਖਾਂ ਵੱਲੋਂ, ਇਹ ਫਿਰ ਸਾਧ ਸੰਗਤ ਜੀ ਜਮਾ ਲੱਗਣਾ ਹੈ। ਗੁਰੂ ਜੀ ਦੇ ਉਪਦੇਸ਼ ਰੂਪੀ ਦੁੱਧ ਨੂੰ ਸੰਸਾਰ ਦੇ ਵੱਲੋਂ ਜਦੋਂ ਨਿਰਾਸ਼ਤਾ ਆ ਜਾਂਦੀ ਹੈ, ਇਹ ਜਮਾ ਹੋ ਜਾਂਦਾ ਹੈ, ਦਹੀਂ ਬਣ ਜਾਂਦਾ ਹੈ। ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਦੋਂ ਦਹੀਂ ਬਣ ਜਾਂਦਾ ਹੈ ਤੇ ਜਿਹੜੀ ਫਿਰ ਜਗਿਆਸੂ ਰੂਪੀ ਇਸਤਰੀ ਇਸ ਦਹੀਂ ਨੂੰ ਰਿੜਕਦੀ ਹੈ, ਸਾ ਧਨ ਦਹੀਂ ਵਿਲੋਵੈ। ਉਹ ਇਸ ਦਹੀਂ ਨੂੰ ਵਿਲਾਉਂਦੇ ਕਿਵੇਂ ਆ? ਤਨ ਕਰ ਮਟਕੀ ਮਨ ਮਾਹੇ ਬਲੋਈ। ਫਿਰ ਸਾਧ ਸੰਗਤ ਜੀ ਮਨ ਦੇ ਅੰਦਰ ਆਉਂਦੇ ਜਾਂਦੇ ਸਵਾਸਾਂ ਦਾ ਨੇਤਰਾ ਪਾਇਆ ਹੋਇਆ ਹੈ, ਵਿਚਾਰ ਰੂਪੀ ਮਧਾਣੀ ਹੈ। ਤੇ ਇਹੋ ਮਨ ਦੀ ਇਕਾਗਰਤਾ ਰੂਪੀ ਜਿਹੜਾ ਨਾ, ਇਹੋ ਮਨ ਈਟੀ ਹਾਥ ਕਰੋ ਫਿਰ ਨੇਤਰਾ ਨੀਂਦ ਨਾ ਆਵੇ। ਨੇਤਰਾ ਪਾ ਲੈਂਦੇ ਐ, ਨੀਂਦ ਨਹੀਂ ਆਉਣ ਦਿੰਦੇ ਤੇ ਰਾਤ ਦਿਨ ਫਿਰ ਵਾਹਿਗੁਰੂ 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 ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਇਉਂ ਫਿਰ ਮਹਾਰਾਜ ਦੇ ਨਾਮ ਨੂੰ ਜਪਦੇ ਐ, ਅੰਦਰ ਰਿੜਕਣਾ ਪਾ ਕਰਕੇ ਤਨ ਕਰ ਮਟਕੀ, ਇਸ ਤਨ ਨੂੰ ਮਟਕੀ ਬਣਾ ਲੈਂਦੇ ਆ। ਮਨ ਮਾਹੇ ਬਲੋਈ, ਮਨ ਦੇ ਅੰਦਰ ਇਹ ਰਿੜਕਣਾ ਪਾਉਂਦੇ ਐ। ਤੇ ਫਿਰ ਸਾਧ ਸੰਗਤ ਜੀ ਉੱਥੋਂ ਕੀ ਨਿਕਲਦਾ ਹੈ? ਬ੍ਰਹਮਾ ਆਨੰਦ ਦੇ ਰਸ ਦਾ ਮੱਖਣ ਨਿਕਲ ਆਉਂਦਾ ਹੈ। ਫਿਰ ਉਹਨਾਂ ਦੀ ਸੁਰਤ ਜਿਹੜੀ ਉਹ ਜੁੜਨ ਲੱਗ ਪੈਂਦੀ ਹੈ। ਆਨੰਦ ਰੂਪੀ ਮੱਖਣ ਜਦੋਂ ਨਿਕਲ ਆਉਂਦਾ ਹੈ, ਫਿਰ ਕੀ ਕਰਦੇ ਐ ਕਿ ਬ੍ਰਹਮ ਗਿਆਨ ਦੀ ਅਗਨੀ ਨੂੰ ਪ੍ਰਚੰਡ ਕਰਦੇ ਐ। ਜਦੋਂ ਬ੍ਰਹਮ ਗਿਆਨ ਦੀ ਅਗਨੀ ਪ੍ਰਚੰਡ ਕਰਦੇ ਐ, ਉਹਦੇ ਉੱਤੇ ਸਾਧ ਸੰਗਤ ਜੀ ਫਿਰ ਕੀ ਹੈ ਕਿ ਜਦੋਂ ਆਨੰਦ ਆਉਂਦਾ ਹੈ ਨਾ, ਤੇ ਦਿਵ ਭੋਗਾਂ ਦੀ ਇੱਛਾ ਨਾ ਫੁਰੇ। ਇਸ ਕਰਕੇ ਉਹ ਸਾਧ ਸੰਗਤ ਜੀ ਬ੍ਰਹਮ ਗਿਆਨ ਦੀ ਅਗਨੀ ਦੇ ਅੰਦਰ ਉਹਨੂੰ ਵੀ ਸਾੜ ਦਿੰਦੇ ਆ, ਗਿਆਨ ਦੀ ਅਗਨੀ ਦੇ ਅੰਦਰ ਸਾੜ ਦਿੰਦੇ ਆ। ਕੋਈ ਦਿਵ ਭੋਗ ਦੀ ਇੱਛਾ ਵੀ ਨਹੀਂ ਫੁਰਦੀ। ਤੇ ਫਿਰ ਉਥੋਂ ਵਾਹਿਗੁਰੂ ਦੀ ਸਾਖਿਆਤਤਾ ਰੂਪੀ ਘਿਓ ਪ੍ਰਾਪਤ ਹੁੰਦਾ ਹੈ। ਫਿਰ ਉਹਨਾਂ ਨੂੰ ਇਹ ਪਤਾ ਜਗ ਜਾਂਦਾ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਵਾਹਿਗੁਰੂ ਦੀ ਸਾਖਿਆਤਤਾ ਰੂਪੀ ਉਹਨਾਂ ਨੂੰ ਘਿਓ ਜਿਹੜਾ ਹੈ, ਇਹ ਫਿਰ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਹੋ ਜਾਂਦਾ ਏ। ਤੇ ਕੇ ਹੋਮ ਜਗ ਸਦ ਪੂਜਾ, ਜਿੰਨੇ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੀ ਸਾਖਿਆਤਤਾ ਰੂਪੀ ਘਿਓ ਪ੍ਰਾਪਤ ਕਰ ਲਿਆ ਨਾ, ਸਤਿਗੁਰੂ ਜੀ ਕਹਿੰਦੇ ਉਹਨੇ ਸਾਰੇ ਜਗ ਕਰ ਲਏ। ਉਹਨੂੰ ਹੋਰ ਜਗ ਕਰਨ ਦੀ ਲੋੜ ਨਹੀਂ ਫਿਰ ਰਹਿ ਜਾਂਦੀ, ਉਹਨੂੰ ਸਾਰੇ ਜੱਗਾਂ ਦਾ ਪੁੰਨ ਫਲ ਲੱਗ ਜਾਂਦਾ। ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਨੂੰ ਕਿ ਮਹਾਰਾਜ ਇਹ ਜੱਗ ਤਾਂ ਰਾਜੇ ਲੋਕ ਕਰਦੇ ਆ, ਤੇ ਮਹਾਰਾਜ ਆਪਦੇ ਸਿੱਖ ਤਾਂ ਆਰਥਿਕ ਪੱਖ ਤੋਂ ਐਡਾ ਜੱਗ ਕਰ ਨਹੀਂ ਸਕਦੇ ਨਾ, ਤੇ ਮਹਾਰਾਜ ਸਾਨੂੰ ਜੱਗਾਂ ਦਾ ਪੁੰਨ ਫਲ ਫਿਰ ਮਿਲ ਹੀ ਨਹੀਂ ਸਕਦਾ। ਮਹਾਰਾਜ ਨੇ ਕਿਹਾ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਗੁਰਸਿੱਖੋ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਕੰਨਾਂ ਨਾਲ ਸੁਣੋਗੇ, ਮੁਖ ਤੋਂ ਗਾਓਗੇ, ਇੱਕ ਨਹੀਂ ਦੋ ਨਹੀਂ ਕਰੋੜਾਂ ਹੀ ਜੱਗਾਂ ਦਾ ਫਲ ਮਿਲ ਜਾਵੇਗਾ। ਇੱਕ ਜੱਗ ਰਾਜਿਆਂ ਨੂੰ ਕਰਨਾ ਔਖਾ ਹੁੰਦਾ ਹੈ। ਮਹਾਰਾਜ ਕਹਿੰਦੇ ਬਾਣੀ ਵਿੱਚ ਇਹ ਪ੍ਰੀਤ ਨਾਲ ਪੜ੍ਹਨੇ ਕਰਕੇ ਵਾਹਿਗੁਰੂ ਦੀ ਜਿਹੜੀ ਸਾਖਿਆਤਤਾ ਹੈ ਜਿਹਨੂੰ ਹੋਈ ਹੈ, ਉਹਨੂੰ ਮਹਾਰਾਜ ਕਹਿੰਦੇ ਉਹਨੇ ਸਾਰੇ ਜੱਗ ਕਰ ਲਏ, ਸਾਰੇ ਹਵਨ ਕਰ ਲਏ, ਤੇ ਸਾਰੀਆਂ ਹੀ ਪੂਜਾ ਉਹਨੇ ਕਰ ਲਈਆਂ ਜਿਹਨੇ ਵਾਹਿਗੁਰੂ ਨੂੰ ਸਾਖਿਆਤ ਕਰ ਲਿਆ। ਵੇਖ ਲਓ ਭਗਤ ਆਪਣੀ ਮੌਜ ਵਿੱਚ ਵਿਚਰਦੇ ਹੋਏ ਉਹਨਾਂ ਦੀ ਉਹੋ ਹੀ ਪੂਜਾ ਹੋ ਰਹੀ ਹੈ।
नाम तेरो तागा नाम फूल माला भार 18 सगल जूठारे। भगत उवें ही आरती करी जाते आ आनंद विच मस्त होए। फिर गुरु नानक साहब जी ने किवें निरंकार दी निर्गुण स्वरूप दी आरती कही है। ये साध संगत जी जिन्हों प्राप्ति हो गई ना साख्यातता हो गई उन्हों फिर सारे हवन सारे जग सारी पूजा सब फल प्राप्त हो जाते कारज सोहा। ये कारज कादे नाल सोया? महाराज कहंदे भाई वाहिगुरु दी साख्यातता रूपी घ्यो प्राप्त करन दे नाल सारे कारज उन्हां दे शोभा पाउंदे आ। ब्रह्म ज्ञानी ते कछ बुरा ना पया। जो भी कारज करदे आ शोभा ही पाउंदे आ। संसार च उन्हां दे कीते होए कारजां नूं वेख वेख के लोग सराउंदे भाई धन हन ऐसे कारज कीते महापुरखां ने। उन्हां दे कीते होए कारजां तो संसार दे जीव रहनुमाई प्राप्त करदे आ। गुरु सामुंदा नदी साब सिखे। सच्चे पातशाह जी कहंदे ने भाई गुरु साहब जी ब्रह्म रूपी हन समुंदर हन आप। ते सच्चे पातशाह जी कहंदे जिन्नी सिੱਖੀ महाराज ने साजी है सब नदियां दी तरह हन। ये नदियां दे वहण समुंदर नूं ही आ करके मिलदे आ ना। इउं सच्चे पातशाह जी महाराज कहंदे भाई गुरु साहब ब्रह्म रूप हन जिन्हां दे अंदर सतगुरु जी दी सिੱਖਿਆ रूपीआं नदियां चल पईआं ने। ਉਹ ਸਾਧ ਸੰਗਤ ਜੀ ਸਿੱਧੇ ਗੁਰੂ ਸਰੂਪੀ ਬ੍ਰਹਮ ਦੇ ਅੰਦਰ ਸਮੁੰਦਰ ਦੇ ਅੰਦਰ ਹੀ ਆ ਕਰਕੇ ਸਮਾਉਣਗੇ। ਨਾਤਾ ਜੇਤ ਵਡਿਆਏ। ਜੇ ਸਤਿਗੁਰੂ ਜੀ ਦੀ ਜਿਹੜੀ ਸਿੱਖਿਆ ਰੂਪੀ ਗੰਗਾ ਹੈ ਉਹਦੇ ਵਿੱਚ ਇਸ਼ਨਾਨ ਕਰਨ ਨਾਲ ਮਹਾਰਾਜ ਕਹਿੰਦੇ ਬ੍ਰਹਮ ਗਿਆਨ ਦੀ ਵਡਿਆਈ ਪ੍ਰਾਪਤ ਹੁੰਦੀ ਆ। ਨਾਨਕ ਜੇ ਸਿਰ ਖੁਥੇ ਨਹਾਵਨ ਨਹਾਏ। ਮਹਾਰਾਜ ਨੇ ਕਿਹਾ ਜਿਨ੍ਹਾਂ ਨੇ ਆਪਣੇ ਅੰਤਸ਼ਕਰਨ ਰੂਪੀ ਸਿਰ ਤੋਂ ਸੁਭ ਗੁਣਾ ਰੂਪੀ ਕੇਸ ਪਟ ਛੱਡੇ ਆ ਖੁੱਥ ਦਿੱਤੇ ਆ ਤੇ ਨਾਮ ਰੂਪੀ ਜਲ ਨਾਲ ਇਸ਼ਨਾਨ ਨਹੀਂ ਕਰਦੇ ਹਨ ਤਾਂ ਸੱਤ ਚੱਟੇ ਸਿਰ ਛਾਏ। ਤਾਂ 7 ਬੁੱਕ ਭਰ ਕੇ ਹੀ ਸਵਾਹ ਦੇ ਮਹਾਰਾਜ ਕਹਿੰਦੇ ਉਹਨਾਂ ਦੇ ਸਿਰ 'ਚ ਪਾਉਣੇ ਚਾਹੀਦੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਨਹੀਂ ਕਰਦੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ 7 ਚੱਟੇ ਜਿਹੜੇ ਆ ਨਾ ਭਰ ਭਰ ਕੇ ਲਾਂਤਾ ਰੂਪੀ ਸਵਾਹ ਵੀ ਮਹਾਰਾਜ ਕਹਿੰਦੇ ਉਹਨਾਂ ਦੇ ਭਾਈ ਸਿਰਾਂ ਤੇ ਪੈਂਦੀ ਹੈ ਫਿਰ ਮੂੰਹ ਤੇ ਪੈਂਦੀ ਹੈ ਜਦੋਂ ਪਰਲੋਕ 'ਚ ਸਰੀਰ ਛੱਡ ਕੇ ਜਾਂਦੇ ਆ। ਜਿਨ ਇੱਥੇ ਸਾਧ ਸੰਗਤ ਜੀ ਨਾਮ ਨਹੀਂ ਜਪਣਾ ਸੁਭ ਗੁਣ ਨਹੀਂ ਕਮਾਉਣੇ ਇਉਂ ਸਤਿਗੁਰੂ ਜੀ ਕਹਿੰਦੇ ਭਾਈ ਪਰਲੋਕ ਵਿੱਚ ਫਿਰ ਉਹਨਾਂ ਦੇ ਸਿਰ ਦੇ ਉੱਤੇ ਜਿਹੜੀ ਆ ਸੂਖਸ਼ਮ ਸਰੀਰ ਦੇ ਉੱਤੇ ਇਹ 100 ਬੁੱਕ ਸਵਾਹ ਦੇ ਕੀ ਲਾਂਤਾ ਰੂਪੀ ਸਵਾਹ ਮਹਾਰਾਜ ਕਹਿੰਦੇ ਭਾਈ ਪਾਈ ਜਾਂਦੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਲੋਕ ਦੇ ਅਰਥ ਸਤਿਗੁਰਾਂ ਜੀ ਨੇ ਜੋ ਬਖਸ਼ਿਸ਼ ਕੀਤਾ ਹੈ। ਤੋ ਸਾਧ ਸੰਗਤ ਜੀ ਅੱਗੇ ਹਾਂਜੀ ਪੰਕਤੀ ਹੈ ਕਿਹਦੇ ਕੋਈ ਨਹੀਂ ਕੱਲ ਨੂੰ ਕਰ ਲਾਂਗੇ ਇਹਦੇ 2 ਅਰਥ। ਤੋਂ ਅੱਗੇ ਜੋ ਮਹਾਰਾਜ ਮਹੱਲੇ ਵਿੱਚ ਗੁਰੂ ਅੰਗਦ ਸਾਹਿਬ ਜੀ ਬਖਸ਼ਿਸ਼ ਕਰਦੇ ਉਹਦੀ ਉਥਾਨਕਾ ਹੈ ਤੇ ਬਾਹਰੀ ਅਰਥ ਹਨ ਅੰਤਰੀਵ ਅਰਥ ਹਨ। ਤੋ ਆਪਾਂ ਕੱਲ ਨੂੰ ਪ੍ਰਕਰਨ ਆਰੰਭ ਕਰਾਂਗੇ ਕਿਉਂਕਿ ਫਿਰ ਸਮਾਂ ਵੱਧ ਲੱਗ ਜਾਵੇਗਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਹਜੂਰ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਗੁਰੂ ਸਮੁੰਦ ਨਦੀ ਸਭ ਸਿੱਖੇ ਨਹਾਤਾ ਜਿਤ ਵਡਿਆਏ। ਨਾਨਕ ਜੇ ਸਿਰ ਖੁਥੇ ਨਹਾਵਨ ਨਹਾਏ ਤਾਂ 7 ਚੱਟੇ ਸਿਰ ਛਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਆਗਨਾ।